ਫੇਸਬੁੱਕ ਚਰਚਾ ਦਾ ਸਾਡਾ 28ਵਾਂ ਸੈਸ਼ਨ ਵੇਖ ਰਹੇ ਸਾਰੇ ਸਰੋਤਿਆਂ ਤੇ ਪਾਰਟਿਸਿਪੇਟ ਕਰ ਰਹੇ ਸਾਰੇ ਸੱਜਣਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਤੇ ਆਦਾਬ ਸਲਾਮ। ਤੇ ਅਸੀਂ ਅੱਜ ਲੈ ਕੇ ਹਾਜ਼ਰ ਹੋਏ ਹਾਂ ਜੀ ਫੇਸਬੁੱਕ ਚਰਚਾ ਸੈਸ਼ਨ 28ਵਾਂ। ਤੇ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਰਣਜੀਤ ਸਿੰਘ ਗਿੱਲ ਜੀ ਫ੍ਰਿਜਨੋ ਕੈਲੀਫੋਰਨੀਆ ਤੋਂ, ਸੰਜੇ ਬਾਲਾ ਜੀ ਜੋ ਵਿਮਨਸ ਪਾਵਰ ਰੱਖਦੇ ਨੇ ਦਿੱਲੀ ਤੋਂ, ਤੇ ਸਾਡੇ ਨਾਲ ਟੈਕਨੀਕਲ ਸਹਿਯੋਗ ਕਰ ਰਹੇ ਨੇ ਅਮਰਜੀਤ ਸਿੰਘ ਜੀ ਤੇ ਬਲਜਿੰਦਰ ਸਿੰਘ ਵੀ ਵੀਰ ਜੀ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ। ਅਸੀਂ ਸਾਰੇ ਆਏ ਹੋਏ ਸਹਿਯੋਗ ਕਰ ਰਹੇ ਸੱਜਣਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਇੱਕ ਵਾਰੀ ਪਹਿਲਾਂ ਆਪਣੇ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਵਿੱਚ ਸਾਡੇ ਸੱਜਣ ਉਹਨਾਂ ਦੇ ਨਾਲ ਇੱਕ ਵਾਰੀ ਤੁਹਾਨੂੰ ਰੂਬਰੂ ਕਰਵਾ ਦਈਏ। ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਅਸੀਂ ਰਣਜੀਤ ਸਿੰਘ ਗਿੱਲ ਜੀ ਕੋਲ, ਫ੍ਰਿਜਨੋ ਕੈਲੀਫੋਰਨੀਆ ਜੀ ਕੋਲ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਪਣਾ ਬੈਕਗਰਾਉਂਡ ਬਾਰੇ ਸਾਨੂੰ ਕੁਝ ਦੱਸ ਦੇਣ ਜੀ ਵੀਰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਪਾਰਟਿਸਪੈਂਟ ਆਪਣੇ ਸੰਜੇ ਬਾਲਾ ਜੀ ਨੂੰ ਤੇ ਪ੍ਰਦੀਪ ਜੀ ਤੇ ਸਾਡੇ ਟੈਕਨੀਕਲ ਸਪੋਰਟ ਬਾਈ ਅਮਰਜੀਤ ਤੇ ਵੀ ਸਾਹਿਬ, ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਆਪਣਾ ਇਹ 28ਵਾਂ ਸੈਸ਼ਨ ਹੈਗਾ। ਤੇ ਬਾਕੀ ਮੇਰੇ ਬਾਰੇ ਇਹ ਹੈਗਾ, ਮੈਂ ਕੈਲੀਫੋਰਨੀਆ ਫ੍ਰਿਜਨੋ ਰਹਿੰਦਾ ਹੈਗਾ ਤੇ ਪਿੱਛੋਂ ਲੁਧਿਆਣਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ। ਤੇ ਆਪਣੇ ਪਾਰਲੀਮੈਂਟਰੀ ਹਲਕਾ ਸਾਡਾ ਹੈਗਾ ਫਤਿਹਗੜ੍ਹ ਸਾਹਿਬ ਤੇ ਰਾਜ ਸਭਾ ਦਾ ਹਲਕਾ ਸਾਡਾ ਹੈਗਾ ਰਾਏਕੋਟ। ਤੇ ਬਾਕੀ ਜਿਸ ਤਰ੍ਹਾਂ ਵੀ ਇਹ ਸੈਸ਼ਨ ਚੱਲਦਾ ਹੈਗਾ, ਜਿਸ ਤਰ੍ਹਾਂ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ ਇਹਦੇ ਨਾਲ। ਤੇ ਬਾਕੀ ਅਮਰਜੀਤ ਹੋਣੀ ਭਾਜੀ ਉਬੀ ਸਾਹਿਬ, ਇਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਪਲੇਟਫਾਰਮ ਤਿਆਰ ਕੀਤਾ ਤੇ ਆਪਣੀ ਸਭ ਦੇ ਅਸੀਂ ਸੰਸਾਰ ਦੇ ਵਿੱਚ ਲੋਕਾਂ ਦੇ ਰੂਬਰੂ ਹੋ ਰਹੇ ਆ ਜੀ। ਧੰਨਵਾਦ ਵੀਰ ਜੀ। ਤੇ ਹੁਣ ਅਸੀਂ ਚੱਲਾਂਗੇ ਜੀ ਦਿੱਲੀ ਤੋਂ ਸਾਡੇ ਨਾਲ ਜੋ ਸਮਾਜ ਸੇਵੀ ਜੁੜੇ ਹੋਏ ਨੇ ਸ਼੍ਰੀਮਤੀ ਸੰਜੇ ਬਾਲਾ ਜੀ। ਉਹ ਆਪਣੇ ਬੈਕਗਰਾਉਂਡ ਬਾਰੇ ਸਾਨੂੰ ਸਾਰਿਆਂ ਨੂੰ ਰੂਬਰੂ ਕਰਵਾਉਣਗੇ ਜੀ। ਸੰਜੇ ਬਾਲਾ ਜੀ अनम्यूट करो। संजय बाला जी अनम्यूट करो, अनम्यूट अपने आप को। हाँ जी। सबसे पहले सभी भाइयों को मेरी नमस्कार। मैं हरियाणा भिवानी जिले से बामला गांव की बेटी हूं और हरियाणा में ही शादी हुई है। उसके बाद पिछले 10-12 साल से मैं दिल्ली रह रही हूँ। अपने हस्बैंड की जॉब लग गई थी, वहीं आ गए थे। और अब सोशल वर्कर के साथ साथ मैं जो सोशल वर्क के घर के साथ साथ सोशल वर्क के कार्यों में भी एक्टिव रहती हूँ। मुझे अच्छा लगता है समाज के लिए काम करना जी। धन्यवाद जी। ते मैं बेनती करूंगा अमरजीत वीर जी हुणां नूं भी कि भी अपने बारे जरूर दस्सण कुछ जी वीर जी। हाँ जी, सत श्री अकाल जी। जिन्ने भी ਸਰੋਤੇ ਸਾਨੂੰ ਅੱਜ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪੈਨਲ ਦੇ ਵਿੱਚ ਆਪਣਾ ਜੁੜੇ ਹੋਏ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਤੇ ਮੈਂ ਆਪਣੀ ਜਾਣ ਪਛਾਣ ਦੇਣ ਤੋਂ ਪਹਿਲਾਂ, ਇੰਟਰੋਡਕਸ਼ਨ ਦੇਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਇਹ ਜੋ ਸਾਡਾ ਇੱਕ ਜਾਣੀ ਕਿ ਆਪਣੇ ਵੱਲੋਂ ਕੀਤਾ ਹੋਇਆ ਇੱਕ ਕਾਰਾ ਆ ਜਿਹੜਾ ਕਿ ਆਪਾਂ ਚਾਹੁੰਦੇ ਆ ਵੀ ਪੰਜਾਬ ਵਿੱਚ ਜਿਹੜੇ ਆਪਣੇ ਕਿਸਾਨ ਭਰਾ ਬਾਰਡਰ ਤੇ ਬੈਠੇ ਆ ਉਹਨਾਂ ਨੂੰ ਲੱਗੇ ਕਿ NRI ਉਹਨਾਂ ਦੇ ਨਾਲ ਆ। ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਮੈਂ ਸਕਰਾਮੈਂਟੋ ਦੇ ਵਿੱਚ ਰਹਿੰਦਾ। ਮੈਂ 2002 ਦੇ ਵਿੱਚ ਅਮਰੀਕਾ ਆਇਆ ਸੀ। 26 ਸਾਲ ਮੈਂ ਉਸ ਪੰਜਾਬ ਦੀ ਧਰਤੀ ਤੇ ਕੱਟੇ, ਪਰ ਅੱਜ ਚਾਹੇ ਸਾਨੂੰ ਇੱਥੇ ਆਇਆ 20 ਸਾਲ ਹੋ ਗਏ ਪਰ ਪੰਜਾਬ ਸਾਡੇ ਅੰਦਰੋਂ ਨਹੀਂ ਗਿਆ। ਜਦੋਂ ਵੀ ਕੋਈ ਪੰਜਾਬ ਦੇ ਵਿੱਚ ਗੱਲ ਹੁੰਦੀ ਆ ਤਾਂ ਸਾਡੀ ਇੱਦਾਂ ਕਈ ਵਾਰੀ ਰਾਤ ਨੂੰ ਉੱਠ ਕੇ ਵੀ ਸੋਚਣ ਲੱਗ ਜਾਈਦਾ ਵੀ ਯਾਰ ਆਪਾਂ ਕੀ ਕਰ ਸਕਦੇ ਹਾਂ। ਸੋ ਮੇਰੀ ਜ਼ਿਆਦਾ ਬੈਕਗਰਾਉਂਡ ਨਹੀਂ ਜੀ। ਮੈਂ ਇੱਥੇ ਸਕਰਾਮੈਂਟੋ ਵਿੱਚ ਰਹਿੰਦਾ ਭਾਜੀ ਤੇ ਮੈਨੂੰ 20 ਸਾਲ ਹੋ ਗਏ USA ਆਏ ਨੂੰ। ਪਰ ਮੈਂ ਇਹ ਆ ਭਈ ਜਦੋਂ ਵੀ ਕਿਤੇ ਵੀ ਪੰਜਾਬ 'ਚ ਕੋਈ ਗੱਲਬਾਤ ਹੋਵੇ ਤਾਂ ਆਪਾਂ ਉਹਨਾਂ ਨਾਲ ਜ਼ਰੂਰ ਕਨੈਕਟਡ ਹੋਣ ਦੀ ਕੋਸ਼ਿਸ਼ ਕਰਦੇ ਹਾਂ ਜਿੱਦਾਂ ਅੱਜ ਆਪਾਂ ਹੋਏ ਆ ਜੀ। ਧੰਨਵਾਦ। ਧੰਨਵਾਦ ਅਮਰਜੀਤ ਵੀਰ ਜੀ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਅਸੀਂ ਸਰੀਰਕ ਪੱਖੋਂ ਤੇ ਭਾਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਪਰ ਜਿਹੜੀ ਰੂਹ ਆ ਸਾਡੀ ਉਹ ਅੱਜ ਵੀ ਪੰਜਾਬ ਦੇ ਵਿੱਚ ਹੀ ਆ। ਕਿਸਾਨੀ ਅੰਦੋਲਨ ਨੂੰ ਅਸੀਂ ਫੋਲੋ ਕਰ ਰਹੇ ਹਾਂ ਤੇ ਸਾਡੀ ਰੂਹ ਅੱਜ ਵੀ ਕਿਸਾਨੀ ਅੰਦੋਲਨ ਦੇ ਵਿੱਚ ਹੀ ਆ। ਤੇ ਵਿਸ਼ੇਸ਼ ਧੰਨਵਾਦ ਹੈ ਜੀ ਸਾਡੇ ਟੈਕਨੀਕਲ ਇੰਜੀਨੀਅਰ ਸਾਹਿਬ ਬਲਜਿੰਦਰ ਸਿੰਘ ਉਬੀ ਜੀ ਦਾ। ਧੰਨਵਾਦ ਵੀਰ ਜੀ ਆਪ ਜੀ ਦਾ ਕਿ ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਪ੍ਰਸਾਰਿਤ ਕਰ ਰਹੇ ਜੇ, ਸਰੋਤਿਆਂ ਤੱਕ ਪਹੁੰਚਾ ਰਹੇ ਹੋ।
जी वीर जी। ਉੱਬੀ ਭਾਜੀ ਮਿਊਟ ਆ ਭਾਜੀ। ਓਕੇ ਜੀ, ਤੇ ਅਸੀਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਜਿਹੜਾ ਸੈਸ਼ਨ ਹੈ। ਤੇ ਸਭ ਤੋਂ ਪਹਿਲਾਂ ਅਸੀਂ ਇੱਕ ਕਹਿੰਦੇ ਆ ਕਿ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਜਿਹੜਾ ਹੁੰਦਾ ਆ ਕਿ ਉਹਦੇ ਜਿਹੜੀ ਪਿੱਛੇ ਦੀ ਬੈਕਗਰਾਉਂਡ ਆ, ਉਹਦੀ ਜਿਹੜੀ ਧਰਤੀ ਆ, ਮਾਂ ਧਰਤੀ ਜਿਹਨੂੰ ਕਹਿ ਸਕਦੇ ਆ, ਉੱਥੋਂ ਦੀ ਕੋਈ ਸੁੱਖ ਦੀ ਖਬਰ, ਕੋਈ ਸੁਨੇਹਾ ਜਿਹੜਾ ਆ ਉਹ ਸਾਡੇ ਕੰਨਾਂ ਤੱਕ ਆ ਜਾਵੇ, ਸਾਨੂੰ ਸਭ ਤੋਂ ਵੱਡੀ ਲਾਲਸਾ ਇਹੀ ਹੁੰਦੀ ਆ। ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਆ ਦਿੱਲੀ ਦੇ ਵਿੱਚ, ਉੱਥੋਂ ਸਾਡੇ ਤੋਂ ਗਰਾਊਂਡ ਲੈਵਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੰਜੇ ਬਾਲਾ ਜੀ। ਸਭ ਤੋਂ ਪਹਿਲਾਂ ਅਸੀਂ ਸੰਜੇ ਬਾਲਾ ਜੀ ਦੇ ਕੋਲ ਜਾਵਾਂਗੇ ਕਿ ਸਾਨੂੰ ਕਿਸਾਨੀ ਅੰਦੋਲਨ ਬਾਰੇ ਕੁਝ ਦੱਸਣ, ਉੱਥੇ ਕੀ ਮੁਸ਼ਕਲਾਂ ਆ ਰਹੀਆਂ ਨੇ, ਕੀ ਹੱਲ ਹੋ ਰਹੇ ਆ ਮੁਸ਼ਕਲਾਂ ਦੇ, ਤੇ ਦਿੱਲੀ ਸਰਕਾਰ ਵੱਲੋਂ ਉਹਨਾਂ ਦੀਆਂ ਕੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ रही हैं। जी संजय बाला जी। एक बार फिर से नमस्कार वीर जी, और जो मुझे अभी देख पा रहे हैं उन सभी को मेरी नमस्कार। वीर जी देखिए, मुश्किलें बहुत आ रही हैं क्योंकि ठंड का मौसम धीरे धीरे जो दिन ब दिन बढ़ता जा रहा है, तो उसमें मुश्किलें तो बहुत हैं क्योंकि खुले आसमान के नीचे देश का अन्नदाता जो आज दिल्ली की बॉर्डर्स पे अपने आप को जिस तरीके से वहां बैठे हुए अपने आप को सर्दी से बचाते हुए संघर्ष कर रहे हैं, लेकिन दिल्ली सरकार की अगर बात की जाए तो ऐसी सरकार मुझे लगता है पूरे देश में नहीं होगी जो दिल्ली सरकार जिस तरीके से अपनी जनता के साथ साथ आज देश के अन्नदाता के लिए जो सपोर्ट भरे कदम उठा रहे हैं, चाहे वो पानी की व्यवस्था से हो, चाहे वो खाने की व्यवस्था से हो, चाहे वो टॉयलेट की व्यवस्था से हो, तो हर मुमकिन कोशिश है केजरीवाल जी की कि देश के अन्नदाता को जो वो बॉर्डर्स पे बैठे हैं उनको दिल्ली सरकार की तरफ से जितनी मदद मिल पाए वो उतना देना चाहते हैं। और आपने शुरुआत में, आंदोलन के शुरुआत में जब आपने देखा था कि बीजेपी सरकार ने दिल्ली के स्टेडियम्स मांगे थे खुली जेल के रूप में बनाने के लिए, तो केजरीवाल जी ने एक अच्छा स्टैंड लेते हुए तुरंत मना कर दिया था कि हम जेल बनाने के लिए स्टेडियम की इजाजत नहीं देंगे। और उन्होंने पहले दिन से और आज तक जितना सपोर्ट वो अपनी तरफ से कर पाए दिल्ली सरकार की तरफ से, एक राज्य की जो एक ईमानदारी की जो सरकार होती है कि इंसानियत के नाते वो हर मुमकिन जो कोशिश है उनकी लगी है कि जो भी उनको सुविधाएं देश की वो दे रहे हैं। अभी आपने कल ही देखा होगा कि सिंधु बॉर्डर पर फ्री वाईफाई का इंतजाम केजरीवाल सरकार जी के द्वारा ऐलान किया गया है। वो बहुत एक सराहनीय कदम है क्योंकि ज्यादातर वहां जो सबसे ज्यादा मुश्किलें अभी देखी जा रही हैं वो नेटवर्क को लेके है, क्योंकि जो महीनों से अपने घर से बाहर हैं उनकी कहीं ना कहीं अगर परिवार से बातचीत नहीं हो पाती तो उनके परिवार को चिंता हो जाती है कि हमें जो हमारे घर से माँ बाप या भाई या हस्बैंड जो भी बच्चा गया हुआ है उनसे बात नहीं हो पाती, तो वो थोड़ा सा माहौल अजीब सा हो जाता है घर में कि बात नहीं हो पा रही। मैं एक बहुत अच्छा कदम मानती हूँ केजरीवाल सरकार जी का कि उन्होंने वाईफाई की जो इंतजाम करने का फैसला किया वो बहुत सराहनीय है। उसके साथ साथ जो मुश्किलें आ रही हैं, मुश्किलें चाहे लाख आए, लेकिन मैं जब जाती हूँ आंदोलन में जो देश का अन्नदाता है उनके बीच में, तो उनका हौसला और हिम्मत वहां देखते ही बनती है। 1% भी उनका हौसला कहीं भी कम नहीं हुआ है। उतना दिन ब दिन जैसे जैसे आंदोलन का टाइम बढ़ रहा है उनका हौसला और हिम्मत बढ़ रही है, कम नहीं हो रही है। 1% भी बच्चे से आप बात करके देख लीजिए, महिलाओं से बातचीत करके देख लीजिए, बुजुर्ग जो हमारे इतने एजिड जो बाबा वहां बैठे हुए हैं माता पिता के रूप में, उनकी हिम्मत हमारे से कहीं ज्यादा। अगर उनसे आप बातचीत करेंगे तो वो एक अलग सी एनर्जी और जोश के साथ ये बात करते हैं कि जीते बिना नहीं जाएंगे। ये काले कानून जो 3 बिल हैं इसको जब तक हम रद्द नहीं करवा लेते हैं हम वापस नहीं जाएंगे, चाहे मर जाएं, चाहे हमें सर्दी लगे, कोई भी मुश्किल आए, हम यहाँ डटे हुए हैं। और मैं मानती हूँ कि उनकी इस हिम्मत को एक बार मोदी सरकार को देखना चाहिए, जो वो धीरे धीरे इसलिए टाइम लंबा खींच रहे हैं कि ये निराश होकर वापसी चले जाएंगे। और आपको जो उद्योगपतियों ने से आपने जो वायदा किया है कि हम इस बिल को रद्द नहीं होने देंगे, आपको फायदा जरूर पहुंचाएंगे, वो कहीं ना कहीं अपनी जिद पे अड़े हुए हैं जो मोदी सरकार है। लेकिन किसान जो अपना हक मांगने के लिए आज दिल्ली के चारों तरफ बॉर्डर्स पे हैं, वो भी अपने हौसले और हिम्मत में कहीं भी कमी नहीं आई है उनके, और वो डटे हुए हैं पूरी हिम्मत के साथ।
ਜੀ ਧੰਨਵਾਦ ਜੀ ਆਪ ਜੀ ਦਾ। ਜਿਵੇਂ ਕਿ ਸੰਜੇ ਬਾਲਾ ਜੀ ਨੇ ਬਹੁਤ ਹੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਆ ਕਿ ਕੀ ਹਾਲਾਤ ਨੇ ਇਸ ਵਕਤ ਦਿੱਲੀ ਦੇ ਵਿੱਚ, ਤੇ ਸਾਨੂੰ ਵੀ ਸੁਣ ਕੇ ਇੱਕ ਸਕੂਨ ਮਿਲ ਗਿਆ ਆ ਕਿ ਜਿਹੜੇ ਸਾਡੇ ਕਿਸਾਨ ਵੀਰ ਭੈਣ ਭਰਾ ਬੱਚੇ ਬਜ਼ੁਰਗ ਉੱਥੇ ਬੈਠੇ ਹੋਏ ਨੇ ਧਰਨੇ ਦੇ ਵਿੱਚ, ਸੰਘਰਸ਼ ਦੇ ਵਿੱਚ ਇਕੱਠੇ ਹੋਏ ਨੇ, ਉਹਨਾਂ ਦਾ ਹੌਸਲਾ ਦਿਨੋਂ ਦਿਨ ਵੱਧਦਾ ਜਾ ਰਿਹਾ। ਜਿਵੇਂ ਜਿਵੇਂ ਸੰਘਰਸ਼ ਲੰਮਾ ਹੁੰਦਾ ਜਾ ਰਿਹਾ ਉਹਨਾਂ ਦਾ ਹੌਸਲਾ ਤਿਵੇਂ ਵੱਧਦਾ ਜਾ ਰਿਹਾ, ਤੇ ਸਾਨੂੰ ਵੀ ਸੁਣ ਕੇ ਬਹੁਤ ਸਕੂਨ ਮਿਲਿਆ ਹੈ ਕਿ ਉਹਨਾਂ ਦੇ ਵਿੱਚ ਪੂਰਾ ਜੋਸ਼ ਆ, ਪੂਰੀ ਹਿੰਮਤ ਆ। ਤੇ ਅਸੀਂ ਹੁਣ ਚੱਲਦੇ ਹਾਂ ਜੀ ਰਣਜੀਤ ਸਿੰਘ ਗਿੱਲ ਵੀਰ ਜੀ, ਜੋ ਕਿ ਕੈਲੀਫੋਰਨੀਆ ਫਰੀਨੋ ਤੋਂ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਤੋਂ ਥੋੜੀ ਜਿਹੀ ਡਿਟੇਲ ਅਸੀਂ MSP ਦੇ ਬਾਰੇ ਵੀ ਜ਼ਰੂਰ ਲੈਣੀ ਚਾਹਾਂਗੇ। ਵੈਸੇ ਕਹਿੰਦੇ ਆ ਕਿ ਕਿਸਾਨ ਦੇ ਕੋਲੋਂ 10 ਰੁਪਏ ਕਿਲੋ ਆਲੂ ਲੈ ਕੇ ਉਹਨੂੰ ਅੱਗੇ 40 ਰੁਪਏ ਕਿਲੋ ਵੇਚਣੇ, ਇਹੋ ਜਿਹੜਾ ਇਹਨਾਂ ਦਾ ਹੈਗਾ ਆ ਮੇਨ ਮੁੱਦਾ ਸੀਗਾ ਕਾਨੂੰਨ ਲਾਗੂ ਕਰਨ ਦਾ। ਤੇ ਅਸੀਂ ਇਹਦੇ ਬਾਰੇ ਥੋੜੀ ਜਿਹੀ ਡਿਟੇਲ ਲੈਣੀ ਚਾਹਾਂਗੇ ਰਣਜੀਤ ਗਿੱਲ ਵੀਰ ਜੀ ਕੋਲੋਂ। ਜੀ ਰਣਵੀਰ ਜੀ। ਹਾਂਜੀ ਗੁਰਦੀਪ ਜੀ, ਬਹੁਤ ਵਧੀਆ ਤੁਸੀਂ ਕੁਐਸਚਨ ਕਰਿਆ ਹੈਗਾ। ਤੇ ਪਰ ਜਿਹੜਾ ਤੁਸੀਂ ਦੱਸਿਆ ਵੀ 20 ਰੁਪਏ ਲੈ ਕੇ 40 ਰੁਪਏ ਵੇਚਣੇ ਆ, ਇਹ ਤਾਂ ਬਹੁਤ ਜਾਇਜ਼ ਹੈ। ਪਰ ਉਹ 20 ਰੁਪਏ ਲੈ ਕੇ 40 ਨੂੰ ਨਹੀਂ ਵੇਚਦੇ, ਉਹ 20 ਰੁਪਏ ਲੈ ਕੇ 120 ਨੂੰ ਵੇਚਦੇ ਆ। ਤੇ ਉਹਦੇ ਉੱਤੇ ਇਹੀ ਕਾਰਨ ਹੈਗਾ ਵਾ, ਜਿਹੜਾ ਅੰਨਦਾਤਾ ਮਿੱਟੀ ਨਾਲ ਮਿੱਟੀ ਹੋ ਕੇ ਤੇ ਉਹ ਫਸਲ ਨੂੰ ਉਗਾਉਂਦਾ ਹੈ ਤੇ 6 ਮਹੀਨੇ ਉਹ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੈ। ਤੇ ਉਹਦੇ ਉੱਤੇ ਉਹ ਜਦੋਂ ਮੰਡੀ ਵਿੱਚ ਲੈ ਕੇ ਜਾਂਦਾ ਵਾ, ਜਿਹੜਾ ਵਪਾਰੀ ਵਰਗ ਹੈਗਾ, ਉਹਦੀਆਂ ਜਿਹੜੀਆਂ ਹੁਣ ਕਿੰਨੇ 70 ਸਾਲ ਹੋ ਗਏ ਤਕਰੀਬਨ ਦੇਸ਼ ਨੂੰ ਆਜ਼ਾਦ ਹੋਇਆ, ਤੇ ਜੋ ਸੁਪਨੇ ਇਸ ਦੇਸ਼ ਨੂੰ ਯਾਦ ਕਰਾਉਣ ਵਾਲੀ ਉਸ ਸਿਰਲੱਥ ਜਮਾਤ ਨੇ ਲਏ ਸੀ, ਚਾਹੇ ਉਹ ਗਦਰੀ ਬਾਬੇ ਸੀ, ਚਾਹੇ ਉਹ ਭਗਤ ਸਿੰਘ ਸਰਾਭੇ ਹੋਣੀ ਸੀਗੇ, ਚਾਹੇ ਉਹ ਆਪਣੇ ਸੁਭਾਸ਼ ਚੰਦਰ ਬੋਸ ਹੋਣੀ ਸੀਗੇ, ਤੇ ਬਾਕੀ ਕਾਂਗਰਸ ਪਾਰਟੀ ਵੀ ਸੀਗੀ, ਸਾਰੇ ਸੀਗੇ। ਉਹਨਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਬਈ ਅਸੀਂ ਆਜ਼ਾਦੀ ਤੋਂ ਬਾਅਦ ਇੱਕ ਹੋਰ ਗੁਲਾਮੀ ਵੱਲ ਨੂੰ ਵੱਧ ਜਾਵਾਂਗੇ। ਤੇ ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਬਈ ਇਸ ਵੇਲੇ ਇਹ ਜਿਹੜਾ MSP ਦਾ ਹੈਗਾ, ਇਹ 1965 ਦੇ ਵਿੱਚ ਇਹ ਲਾਲ ਬਹਾਦਰ ਸ਼ਾਸਤਰੀ ਜੀ ਨੇ ਇਸ ਨੂੰ ਹੋਂਦ ਵਿੱਚ ਲਿਆਂਦਾ ਸੀਗਾ। ਉਹਨਾਂ ਦਾ ਇਸ ਨੂੰ ਹੋਂਦ ਵਿੱਚ ਲਿਆਉਣ ਦਾ ਇੱਕੋ ਇੱਕ ਮਕਸਦ ਸੀਗਾ ਜੀ, ਵੀ ਜਿਹੜਾ ਛੋਟਾ ਕਿਸਾਨ ਆ ਤੇ ਥੋੜੀ ਜ਼ਮੀਨ ਵਾਲਾ ਕਿਸਾਨ ਆ, ਉਹ ਜਿਉਂਦਾ ਰਹੇ। ਤੇ ਉਦੋਂ ਇਹ ਵੀ ਚੀਜ਼ ਸੀ, ਉਦੋਂ ਦੇਸ਼ ਵਿੱਚ ਹਰੀ ਕ੍ਰਾਂਤੀ ਦੀ ਲੋੜ ਸੀ, ਔਰ ਉਹ ਮੋਢੀ ਸੀਗੇ ਜਿਨ੍ਹਾਂ ਨੇ ਇਸ ਚੀਜ਼ ਨੂੰ ਹੁਲਾਰਾ ਦਿੱਤਾ ਸੀਗਾ। ਤੇ ਉਦੋਂ ਉਹਨਾਂ ਦਾ MSP ਦਾ ਮਤਲਬ ਹੀ ਇਹ ਸੀਗਾ ਬਈ ਇੱਕ ਕਿਸਾਨ ਜਦੋਂ ਇੱਕ ਫਸਲ ਨੂੰ ਉਗਾਉਂਦਾ ਹੈਗਾ, ਤੇ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਬਾਜ਼ਾਰ ਦੇ ਵਿੱਚ ਕੀਮਤ ਬਾਜ਼ਾਰ ਲਾਵੇ ਉਹਦੇ ਵਿੱਚ ਉਸ ਚੀਜ਼ ਨੂੰ MSP ਨੂੰ ਬਰਕਰਾਰ ਰੱਖਣ ਦੇ ਲਈ ਉਹਨਾਂ ਨੇ 1965 ਦੇ ਵਿੱਚ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਸਥਾਪਨਾ ਕੀਤੀ ਸੀ। ਜਿਹੜੀ ਫੂਡ ਕਾਰਪੋਰੇਸ਼ਨ FCI ਸੀਗੀ, ਉਹਦਾ ਮਤਲਬ ਹੀ ਸਿਰਫ ਇਹੀ ਸੀਗਾ ਕਿ ਕੀਮਤਾਂ ਨੂੰ ਕਿਸਾਨ ਦੀਆਂ ਕੀਮਤਾਂ ਨੂੰ ਆਪਣੇ ਦੇਸ਼ ਦੇ ਵਿੱਚ ਵਾਜਬ ਰੱਖਣਾ। FCI ਕੀ ਸੀਗੀ, ਉਹਦੇ ਵਿੱਚ ਕਾਨੂੰਨ ਬਣਾ ਦਿੱਤੇ ਗਏ ਸੀਗੇ। ਉਦੋਂ ਇਹੀ ਕਾਨੂੰਨ ਸੀਗਾ ਵੀ ਤੁਸੀਂ ਜਿਹੜਾ ਲੋੜ ਤੋਂ ਵੱਧ ਭੰਡਾਰ ਨਹੀਂ ਕਰ ਸਕਦੇ। ਇੱਕ ਲਿਮਿਟ ਹੁੰਦੀ ਸੀ ਵੀ ਵਪਾਰੀ ਕਿੱਡਾ ਵਾ, ਪਰ ਉਹ ਕਿੰਨੇ ਅਨਾਜ ਨੂੰ ਜਾਂ ਕਿੰਨੇ ਪ੍ਰੋਡਿਊਸ ਨੂੰ ਜਾਂ ਕਿਸੇ ਚੀਜ਼ ਨੂੰ ਕਿੱਥੋਂ ਤੱਕ ਉਹਨੂੰ ਭੰਡਾਰ ਕਰ ਸਕਦਾ। ਤੇ ਉਹਦੇ ਨਾਲ ਉਹਦੇ ਬਰਾਬਰ ਫਿਰ FCI ਇਸ ਕਰਕੇ ਸੀ, ਉਹ ਤਵਾਜ਼ਨ ਦਿੰਦੀ ਸੀ, ਕਿਉਂਕਿ ਇਕਨੋਮਿਕਸ ਦਾ ਇਹ ਰੂਲ ਹੈ, ਡਿਮਾਂਡ ਸਪਲਾਈ ਜਿਹੜੀ ਹੈਗੀ ਆ, ਇਹ ਕੀਮਤ ਨੂੰ ਨਿਰਧਾਰਿਤ ਕਰਦੀ ਹੈ। ਤੇ ਕਿਉਂਕਿ ਜਿਹੜਾ ਵਪਾਰੀ ਆ, ਵਪਾਰੀ ਦੀ ਇੰਟੈਂਸ਼ਨ ਸ਼ੁਰੂ ਤੋਂ ਇਹੀ ਹੁੰਦੀ ਹੈ ਵੀ ਉਹ ਜੋ ਮਾਰਕੀਟ ਦੇ ਵਿੱਚ ਚੀਜ਼ ਕੋ ਪ੍ਰੋਡਿਊਸ ਆ ਗਿਆ, ਜਾਂ ਕੋਈ ਚੀਜ਼ ਕਣਕ ਆ ਗਈ ਜਾਂ ਝੋਨਾ ਆ ਗਿਆ, ਉਹਨੂੰ ਇੰਨਾ ਜ਼ਿਆਦਾ ਦਬਾ ਲੈਣਾ, ਲੈ ਲੈਣਾ, ਤੇ ਜਦੋਂ ਉਹਦੀ ਕੀਮਤ ਜਦੋਂ ਉਹਦੀ ਸਪਲਾਈ ਘੱਟ ਕਰ ਦੇਣੀ ਆ, ਡਿਮਾਂਡ ਵੱਧ ਜਾਣੀ ਆ, ਤਾਂ ਉਹਨੂੰ ਪਤਾ ਵੀ ਆਟੋਮੈਟਿਕ ਇਹਦੀ ਕੀਮਤ ਵਧਣੀ ਆ। ਇਹ ਜਿਹੜੀ FCI ਸੀਗੀ, ਇਸੇ ਕਰਕੇ ਇਹ MCP ਨੂੰ ਕੰਟਰੋਲ ਕਰਨ ਦੇ ਲਈ ਰੱਖੀ ਗਈ ਸੀ। ਦੂਸਰੀ ਚੀਜ਼, ਜਿਹੜਾ ਸਵਾਮੀਨਾਥਨ ਰਿਪੋਰਟ ਸੀਗੀ, ਸਵਾਮੀਨਾਥਨ ਜੀ ਨੇ ਇਹੀ ਕਿਹਾ ਸੀਗਾ ਵੀ ਕਿਸਾਨ ਉਦੋਂ ਤੱਕ ਜਿੰਦਾ ਰਹੂਗਾ ਜਦੋਂ ਤੱਕ ਉਹਨੂੰ ਉਹਦੀ ਫਸਲ ਦਾ ਡੇਢਾ ਭਾਅ ਨਹੀਂ ਮਿਲੂਗਾ। ਇਹ ਜਿਹੜਾ ਸਵਾਮੀਨਾਥਨ ਰਿਪੋਰਟ ਦਾ ਫਾਰਮੂਲਾ ਸੀਗਾ, ਇਹ ਫਾਰਮੂਲਾ ਇਹ ਨਹੀਂਗਾ ਵੀ ਇਹ ਉਦੋਂ ਹੀ ਸੀਗਾ, ਇਹ ਸਦਾ ਲਈ ਇਹੀ ਹੈਗਾ। ਯੂਰੀਆ ਦੀ ਕੀ ਕੀਮਤ ਹੈ, ਜਿਹੜੀਆਂ ਸਪਰੇਆਂ ਹੁੰਦੀਆਂ ਉਹਨਾਂ ਦੀ ਕੀ ਕੀਮਤ ਹੈ, ਜਾਂ ਹੋਰ ਕੈਮੀਕਲ ਉਹ ਤੇ ਕਿੰਨੇ ਯੂਜ਼ ਕੀਤੇ ਜਾਂਦੇ ਆ, ਉਹਦਾ ਬੀਜ ਕਿੰਨੇ ਦਾ ਆਇਆ, ਉਹ ਤੇ ਲੇਬਰ ਕਿੰਨੀ ਹੋਈ। ਤੇ ਈਵਨ ਜਿਹੜਾ ਕਿਸਾਨ ਆ, ਮੈਨੂੰ ਲੱਗਦਾ ਵੀ ਆਪਦੀ ਲੇਬਰ ਤਾਂ ਉਹ ਗਿਣਦਾ ਹੀ ਨਹੀਂਗਾ। ਜਿਹੜਾ ਪੰਜਾਬ ਦਾ ਕਿਸਾਨ ਆ, ਉਹ ਘਰੋਂ ਰੋਟੀ ਖਾ ਕੇ ਆ ਕੇ ਲੱਸੀ ਦਾ ਮੱਘਾ ਲਿਆ ਕੇ ਸਾਰਾ ਦਿਨ ਕੰਮ ਕਰਕੇ ਹਲ ਵਾਹ ਕੇ ਘਰ ਨੂੰ ਚਲਾ ਜਾਂਦਾ,
ਉਹ ਉਤਲੀਆਂ ਕੀਮਤਾਂ ਹੀ ਗਿਣਦਾ ਹੈਗਾ। ਸਵਾਮੀਨਾਥਨ ਦੀ ਰਿਪੋਰਟ ਸੀਗੀ ਜਿਹੜੀ, ਉਹ ਇਸੇ ਕਰਕੇ ਸੀਗੀ ਵੀ ਕਿਸਾਨ ਉਦੋਂ ਤੱਕ ਜਿਉਂਦਾ ਰਹੂਗਾ ਜਦੋਂ ਤੱਕ ਅਗਰ ਉਹਦੀ 1 ਰੁਪਈਆ ਉਹਦੀ ਲਾਗਤ ਆਈ ਆ ਤਾਂ ਉਹਨੂੰ 1.5 ਰੁਪਈਆ ਉਹਦੀ ਫਸਲ ਦੇ ਉੱਤੇ, ਉਹਦੀ ਜਿਣਸ ਦੇ ਉੱਤੋਂ ਉਹਨੂੰ ਮਿਲੇ। ਉਸ ਚੀਜ਼ ਨੂੰ ਬਰਕਰਾਰ ਰੱਖਣ ਦੇ ਲਈ ਜਿਹੜੀ MSP ਸੀਗੀ ਉਹਨੂੰ FCI ਕੰਟਰੋਲ ਕਰਦੀ ਸੀ। ਪਰ ਹੋਇਆ ਕਿ ਇਹ ਜਿਸ ਤਰ੍ਹਾਂ ਮੈਨੂੰ ਲੱਗਦਾ ਜਦੋਂ ਦੀ ਇਹ ਸਰਕਾਰ ਆਈ ਹੈ, ਇਹਨਾਂ ਨੇ 5-6 ਸਾਲ ਤੋਂ ਆਉਂਦੇ ਸਾਰ ਹੀ ਇਸ ਚੀਜ਼ ਨੂੰ ਸ਼ੁਰੂ ਕਰ ਦਿੱਤਾ ਕਿ ਜਿਹੜੀ FCI ਹੈ, ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਾ, ਉਹਨੂੰ ਕਮਜ਼ੋਰ ਕਰਨਾ ਸ਼ੁਰੂ ਕਰਤਾ। ਉਹਨੂੰ ਕਮਜ਼ੋਰ ਜਦੋਂ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਹਦੇ ਆਪ ਦੀ ਹੋਈ ਹੋਂਦ ਕੋਈ ਨਾ ਰਹੂਗੀ ਤਾਂ ਉਹ ਤੋਂ ਬਾਅਦ ਫਿਰ ਜਿਹੜਾ ਵਪਾਰੀ ਆ ਉਹ ਸਾਰੇ ਭੰਡਾਰਨ ਤੇ ਹਰ ਚੀਜ਼ ਤੇ ਉਹਦੇ ਤੇ ਉਹ ਕਬਜ਼ਾ ਕਰੂਗਾ। FCI ਤੁਸੀਂ ਜੇ ਡਾਟਾ ਕੱਢ ਕੇ ਵੇਖੋ, FCI ਇਸ ਵੇਲੇ ਖੁਦਕੁਸ਼ੀ ਦੇ ਰਾਹ ਤੇ ਆ, ਕਿਉਂਕਿ ਜੋ ਜਿਣਸ ਵਿਕਦੀ ਸੀ ਜਾਂ ਜੋ ਕੁਛ ਸੀਗਾ ਜਿਹੜੀ ਉਹਦੇ ਤੇ ਇੰਡੀਆ ਗੌਰਮੈਂਟ ਦਾ ਇੱਕ ਬਜਟ ਹੈ ਜਿਹੜਾ ਉਹਤੇ ਨਿਰਧਾਰਿਤ ਕੀਤਾ ਜਾਂਦਾ, ਕਿਉਂਕਿ ਜੋ ਫਸਲ FCI ਖਰੀਦਦੀ ਹੈ ਅੱਗੇ ਜਦੋਂ ਗੌਰਮੈਂਟ ਨੂੰ ਵੇਚਦੀ ਹੈ ਉਹ ਉਨੇ ਮੁੱਲ ਤੇ ਨਹੀਂ ਵਿਕਦੀ ਜਿੰਨੇ ਤੇ ਉਹਨੇ ਖਰੀਦੀ ਹੁੰਦੀ ਹੈ। ਜਿਹੜਾ ਉਹ ਵਕਫਾ ਹੈਗਾ, ਜਿਹੜਾ ਉਹਦੇ ਵਿੱਚ ਉਹ ਫਰਕ ਹੈਗਾ, ਉਹ ਗੌਰਮੈਂਟ ਆਫ ਇੰਡੀਆ, ਸੈਂਟਰ ਗੌਰਮੈਂਟ ਇੱਕ ਬਜਟ ਰੱਖਦੀ ਆ, ਉਹਨੂੰ ਤੁਸੀਂ ਸਬਸਿਡੀ ਕਹਿ ਲਓ, ਕਿ ਜੋ ਕਿਸਾਨ ਨੂੰ ਮੁੱਲ ਦੇ ਕੇ ਗੌਰਮੈਂਟ ਨੂੰ FCI ਨੂੰ ਘਾਟਾ ਪਿਆ, ਉਹ ਗੌਰਮੈਂਟ ਜਿਹੜੀ ਉਹਨੂੰ ਗੌਰਮੈਂਟ, ਸੈਂਟਰ ਗੌਰਮੈਂਟ ਉਹਨੂੰ ਪੂਰਾ ਕਰਦੀ ਸੀ। ਹੋਇਆ ਕਿ ਜਦੋਂ ਤੋਂ ਇਹ ਗੌਰਮੈਂਟ ਹੋਂਦ ਵਿੱਚ ਆਈ, ਇਹਨਾਂ ਨੇ ਜਿਹੜਾ ਉਹ ਸੈਂਟਰ ਗੌਰਮੈਂਟ ਨੇ ਵਾਪਸ ਕਰਨਾ ਹੁੰਦਾ ਸੀਗਾ ਉਹਨੂੰ ਘਟਾਉਣਾ ਸ਼ੁਰੂ ਕਰਤਾ। ਜਦੋਂ ਉਹਨੂੰ ਘਟਾਉਣਾ ਸ਼ੁਰੂ ਕਰਤਾ ਤਾਂ FCI ਜਿਹੜੀ ਸੀਗੀ ਉਹ ਘਾਟੇ ਜਾਣ ਲੱਗੀ। ਉਹ ਘਾਟੇ 'ਚ ਲਿਜਾਣ ਦਾ ਮਕਸਦ ਵੀ ਸ਼ਾਇਦ ਵਪਾਰੀ ਵਰਗ ਦਾ ਇਹ ਸੀਗਾ ਕਿ ਜਦੋਂ FCI ਨਹੀਂ ਰਹੂਗੀ ਤਾਂ ਜਿਹੜਾ ਕਿਸਾਨ ਆ ਉਹ ਆਟੋਮੈਟਿਕਲੀ ਕਾਰਪੋਰੇਟ ਘਰਾਣਿਆਂ ਦੇ ਵੱਸ ਪੈ ਜਾਊਗਾ। ਤੇ ਉਹੀ ਚੀਜ਼ ਹੁਣ ਜਿਵੇਂ ਵੇਖਦੇ ਆ ਉਹ ਵਾਪਰ ਰਹੀ ਆ। ਜਿਹੜੇ ਇਹ ਸੈਲੋ ਜਾਂ ਇਹ ਗੋਦਾਮ ਬਣੇ ਨੇ, ਚਾਹੇ ਉਹ ਅਡਾਨੀ ਦੇ ਨੇ ਜਾਂ ਕਿਸੇ ਚੀਜ਼ ਦੇ ਨੇ, ਉਹ ਕੱਲ ਨਹੀਂ ਬਣ ਗਏ। ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ, ਪੰਜਾਬ ਦੀਆਂ ਸਰਕਾਰਾਂ ਨੇ ਜ਼ਮੀਨਾਂ ਮੁਹੱਈਆ ਕੀਤੀਆਂ, ਉਹਨਾਂ ਨਾਲ ਐਗਰੀਮੈਂਟ ਕੀਤੇ। ਬੇਸ਼ੱਕ ਉਹ ਕਹੀ ਜਾਣ ਕਿ ਸਾਨੂੰ ਤਾਂ ਜੀ ਦੱਸਿਆ ਹੀ ਨਹੀਂ। ਨੋ, ਇੱਥੇ ਕੁਛ ਸ਼ੱਕੀ ਹੈ, ਸਮਥਿੰਗ ਫਿਸ਼ੀ। ਉਹ ਕਦੋਂ ਬਣਨੇ ਸ਼ੁਰੂ ਹੋਏ? ਆਪਾਂ ਇੱਕ ਘਰ ਦੇ ਵਿੱਚ ਬੈਠਕ ਪਾਉਣੀ ਹੋਵੇ, ਕੋਠੀ ਪਾਉਣੀ ਹੋਵੇ, ਸਾਲ ਲੱਗ ਜਾਂਦਾ। ਇਹ ਐਡੇ ਵੱਡੇ ਸੈਂਕੜੇ ਏਕੜਾਂ ਦੇ ਵਿੱਚ ਜੋ ਚੀਜ਼ਾਂ ਬਣੀਆਂ, ਇਹ ਕਿਸੇ ਸੋਚ ਨੂੰ ਲੈ ਕੇ ਬਣੀਆਂ। ਉਹ ਸੋਚ ਨੂੰ ਕਿਹਨੂੰ ਲੈ ਕੇ ਬਣੀਆਂ? ਬਈ ਜਿਹੜੇ ਹੁਣ ਪੰਜਾਬ ਦੇ ਵਿੱਚ ਹਾਈਵੇ ਨਿਕਲ ਰਹੇ ਨੇ ਜਾਂ ਹੋਰ ਚੀਜ਼ਾਂ ਨਿਕਲ ਰਹੀਆਂ ਨੇ, ਉਹਨਾਂ ਨਾਲ ਵੀ ਉਹੀ ਸੋਚ ਜਾਂਦੀ ਹੈ। ਅਸੀਂ ਲੁੱਟ ਹੋ ਰਹੇ ਹਾਂ ਸੜਕਾਂ ਦੇ ਨਾਂ ਤੇ। ਹਰ 20 ਮੀਲ 50 ਮੀਲ ਬਾਅਦ ਇੱਕ ਟੋਲ ਪਲਾਜ਼ਾ ਆ ਜਾਂਦਾ। ਉੱਥੇ ਜਿੰਨਾ ਉਸ ਟੋਲ ਪਲਾਜ਼ਾ ਦੇ ਉੱਤੇ ਪੰਜਾਬ ਲੁੱਟ ਹੋ ਰਿਹਾ, ਤੇ ਜਿਹੜੇ ਹੁਣ ਹਾਈਵੇ ਨਿਕਲਣੇ ਨੇ ਉਹਨਾਂ ਤੇ ਪੰਜਾਬ ਹੋਰ ਕਿੰਨਾ ਲੁੱਟ ਹੋ ਰਹੂਗਾ। ਇਹ ਇੱਕ ਹਿੱਸਾ ਨਹੀਂ ਹੈਗਾ, ਬਹੁਤ ਹਿੱਸੇ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। MSP ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਕੇ ਹਟਿਆ, ਜੇ FCI ਖਤਮ ਹੋ ਗਈ ਤੇ FCI ਦਾ ਇਹ ਵੀ ਸੀਗਾ, ਮੰਡੀਕਰਨ ਬੋਰਡ ਜਿਹੜਾ ਸੀਗਾ ਉਹਨੂੰ ਉਹ ਬਚਾ ਕੇ ਰੱਖਦੀ ਸੀ, ਉਹਦੀ ਸਹਾਇਤਾ ਕਰਦੀ ਸੀ। ਉਹਦੇ ਵਿੱਚੋਂ ਜਿਹੜਾ ਖਰੀਦਦਾਰ ਸੀਗਾ ਉਹ ਇੱਕ ਪਰਸੈਂਟੇਜ ਟੈਕਸ ਦੇ ਵਿੱਚ ਦਿੰਦਾ ਸੀਗਾ। ਉਹ ਟੈਕਸ ਜਿਹੜਾ ਸੀਗਾ ਉਹ ਇਕੱਠਾ ਹੋ ਕੇ ਜੋ ਪਿੰਡਾਂ ਦੇ ਵਿੱਚੋਂ ਉਹਨਾਂ ਸੜਕਾਂ ਨੂੰ ਯੂਜ਼ ਕਰਕੇ ਮੰਡੀਆਂ ਤੱਕ ਆਉਣ ਲਈ ਟਰਾਲੀਆਂ, ਟਰੈਕਟਰ ਚੱਲਦੇ ਸੀ, ਉਹ ਸੜਕਾਂ ਬਣਦੀਆਂ ਸੀ। ਜਿਹੜੀਆਂ ਉਹ ਸੜਕਾਂ ਬਣਦੀਆਂ ਸੀ ਉਹਨਾਂ ਨੂੰ ਮੰਡੀਕਰਨ ਬੋਰਡ ਉਹਨਾਂ ਦੀ ਮੁਰੰਮਤ ਕਰਦਾ ਸੀਗਾ। ਉਹ ਤੁਸੀਂ ਹੁਣ ਵੀ ਦੇਖੋ, ਮੰਡੀਕਰਨ ਬੋਰਡ ਦੀ ਸੜਕ ਹੈ ਜਾਂ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਹੈ, ਦੋ ਤਰ੍ਹਾਂ ਦੀਆਂ ਸੜਕਾਂ ਪੰਜਾਬ ਵਿੱਚ ਚੱਲਦੀਆਂ ਸੀਗੀਆਂ। ਤੇ ਪਰ ਹੁਣ ਜਦੋਂ ਅਗਰ ਇਹ ਚੀਜ਼ FCI ਬਿਲਕੁਲ ਖਤਮ ਆਪੇ ਹੋ ਜਾਣੀ ਹੈ। ਇਹਨਾਂ ਨੇ ਕੀ ਕੀਤਾ, FCI ਦੇ ਜਿਹੜੇ ਗੋਦਾਮ ਸੀਗੇ ਉਹ ਬਿਲਕੁਲ ਹੌਲੀ ਹੌਲੀ ਉਹ ਖਤਮ ਹੁੰਦੇ ਗਏ। ਖਤਮ ਕਿਉਂ ਹੁੰਦੇ ਗਏ? ਕਿਉਂਕਿ ਸੈਂਟਰ ਗੌਰਮੈਂਟ ਨੇ ਜਿਹੜਾ ਸਬਸਿਡੀ ਦਾ ਅਮਾਊਂਟ ਸੀਗਾ ਉਹ ਘਟਾਉਂਦੇ ਗਏ। ਉਹਨਾਂ ਦੀ ਮਦਦ ਉਨੀ ਕੀਤੀ ਗਈ ਬਈ ਇਹ ਸਿਰਫ ਸਹਿਕ ਦੇ ਜਿਉਂਦੇ ਰਹਿ ਜਾਣ। FCI ਕੋਲ ਜਦੋਂ ਕੋਈ ਚਾਰਾ ਨਹੀਂ ਰਿਹਾ ਤਾਂ ਇਹਨਾਂ ਨੇ ਫਿਰ ਜਿਹੜੇ ਇਹ ਕਾਨੂੰਨ ਤਾਂ ਬਾਅਦ ਚ ਬਣੇ ਨੇ, ਇਦੋਂ ਪਹਿਲਾਂ ਤੋਂ ਜੇ ਤੁਸੀਂ ਧਿਆਨ ਨਾਲ ਵੇਖੋ, ਮੈਂ ਕਾਫੀ ਸਟੱਡੀ ਕੀਤੀ ਆ, ਜਿਹੜਾ FCI ਕੋਲੇ ਆਪਦੇ ਗੋਦਾਮ ਖਤਮ ਹੋ ਗਏ, ਇਹਨਾਂ ਨੇ ਫਿਰ ਅਡਾਨੀ ਦੇ ਜਿਹੜੇ ਉਹ ਸੈਲੋ ਬਣੇ ਸੀ ਉਹ ਕਿਰਾਏ ਤੇ ਲੈਣੇ ਸ਼ੁਰੂ ਕਰਤੇ। ਉਹਦੇ ਚ ਡੀਲ ਜਿਹੜੀ ਚੱਲਦੀ ਸੀ 700 ਕਰੋੜ ਤੱਕ ਸੀਜ਼ਨ ਦੀ ਚੱਲਦੀ ਸੀਗੀ, ਵੀ ਸਾਡਾ ਤੁਸੀਂ ਰੱਖੋ ਅਨਾਜ ਇਹ ਤੇ ਇੱਥੇ ਸਾਂਭਿਆ ਜਾਵੇ, ਕੋਈ ਸਾਡੇ ਕੋਲ ਤਾਂ ਹੈ ਨਹੀਂ ਗੇ। ਤੇ ਜਿਹੜਾ 700 ਕਰੋੜ ਉਹਨਾਂ ਨੂੰ ਅਡਾਨੀ ਨੂੰ ਦੇਣਾ ਹੁੰਦਾ ਸੀਗਾ, ਸੈਂਟਰ ਗੌਰਮੈਂਟ ਉਹ ਸਿਰਫ ਉਹਨਾਂ ਕੀ FCI ਨੂੰ ਦਿੰਦੀ ਸੀ ਕਿ ਉਹ
ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਉਹ ਪੈਸਾ ਜਾਂਦਾ ਰਹੇ। ਜਦੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਗਈਆਂ ਤੇ FCI ਉੱਤੇ ਜਿਹੜਾ ਉਹ ਕਰਜ਼ਾ ਸੀ ਉਹ ਵੱਧਦਾ ਗਿਆ। ਇਸ ਵੇਲੇ ਜੋ ਮੈਂ ਸਟੱਡੀ ਕੀਤੀ ਆ 350 ਤੋਂ 350,000 ਕਰੋੜ ਤੋਂ 4,400,000 ਕਰੋੜ ਤੱਕ FCI ਉੱਪਰ ਕਰਜ਼ਾ ਵਾ। ਤੇ ਇਹ ਜਿਹੜਾ ਕਰਜ਼ਾ ਵੱਧਦਾ ਇੱਥੇ ਤੱਕ ਆ ਗਿਆ ਵਾ, ਇਹ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸਿਰਫ 10,000 ਕਰੋੜ ਸੀ। ਤੇ ਤੁਸੀਂ ਉਸ ਹਿਸਾਬ ਨਾਲ 2014 ਤੋਂ ਬਾਅਦ ਇਹ 350 ਤੋਂ 400,000 ਕਰੋੜ ਤੱਕ ਚਲੇ ਗਿਆ। ਤੇ ਜਿਹੜੀ ਇਹਦੇ ਵਿੱਚ ਘੱਟੋ ਘੱਟ 30 ਲੱਖ ਆਪਣਾ ਜਿਹੜਾ ਮਜ਼ਦੂਰ ਆ ਉਹ ਕੰਮ ਕਰਦਾ ਤੇ 30,000 ਜਿਹੜਾ ਜਿਹਨੂੰ ਇਹ ਵਿਚੋਲੀਆ ਕਹਿੰਦੇ ਆ ਉਹ ਪਰਿਵਾਰ ਕੰਮ ਕਰਦੇ ਆ। ਜਦੋਂ ਇਹ ਸਾਰਾ ਟੋਟਲੀ FCI ਇਹਨੂੰ ਕੰਟਰੋਲ ਨਹੀਂ ਕਰ ਸਕੂਗੀ, FCI ਦੇ ਇਹਨੂੰ ਅਫੋਰਡ ਹੀ ਨਹੀਂ ਕਰ ਸਕੂਗੀ, ਉਹਦੇ ਤੋਂ ਬਾਅਦ ਇਹ ਜਿਹੜੇ 30 ਲੱਖ ਜਿਹੜਾ ਮਜ਼ਦੂਰ ਆ ਉਹ ਕਿੱਥੇ ਜਾਊਗਾ? ਉਹ ਬੇਰੁਜ਼ਗਾਰ ਚਲਾ ਜਾਊਗਾ। ਜਿਹੜੇ ਪਰਿਵਾਰ 3,000 ਜਾਂ 30,000 ਜਿਹੜਾ ਪਰਿਵਾਰ ਆੜ੍ਹਤੀਆ ਸੀਗਾ, ਆੜ੍ਹਤੀਆ ਇਹੀ ਨਹੀਂ ਸੀਗਾ ਵੀ ਉਹ ਆੜ੍ਹਤੀਆ ਬਣ ਗਿਆ, ਨਹੀਂ, ਉਹ ਮੰਡੀ ਦੇ ਵਿੱਚ ਕਣਕ ਲੈਂਦੀ ਸੀ, ਉਹਦੀ ਸਾਰੀ ਉਹ ਵਿਵਸਥਾ ਕਰਦਾ ਸੀਗਾ, ਉਹਦੀ ਬੋਰੀ ਚ ਭਰਦਾ ਸੀ, ਉਹਨੂੰ ਗਾਂਹ ਤੱਕ ਸੀ। ਈਵਨ ਉਦੋਂ ਬਾਅਦ ਲੈ ਕੇ ਉਹ ਕਿਸਾਨ ਨੂੰ ਉਹਦੀ ਜੋ ਬਣਦਾ ਉਹਦੀ ਕੀਮਤ ਸੀ ਉਹਨੂੰ ਉਹ ਚੈੱਕ ਦੇ ਰੂਪ ਦੇ ਵਿੱਚ ਪੇਸ਼ ਕਰਦਾ ਸੀਗਾ। ਹੁਣ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ। ਇਸ ਵੇਲੇ ਸਵਾਲ ਕੀ ਪੈਦਾ ਹੁੰਦਾ? ਸਵਾਲ ਇਹ ਪੈਦਾ ਹੁੰਦਾ, ਜਥੇਬੰਦੀਆਂ ਤਾਂ ਗਈਆਂ ਨੇ ਗੱਲਬਾਤ ਕਰਨ, ਇੱਕੋ ਹੀ ਚੀਜ਼ ਤੇ ਅਸੀਂ ਬਚਦੇ ਹਾਂ ਬਈ ਅਗਰ MSP ਜਿਹੜੀ ਆ ਉਹ ਬਚਦੀ ਹੈ। ਹਾਂ, ਅਗਰ ਅਡਾਨੀ ਜਾਂ ਜੋ ਇਹ ਕਾਰਪੋਰੇਟ ਘਰਾਣੇ ਆ ਇਹ ਹੋਂਦ ਵਿੱਚ ਰਹਿੰਦੇ ਵੀ ਆ ਤਾਂ ਸਰਕਾਰ ਇੱਕ ਕਾਨੂੰਨ ਦੇਵੇ ਜਿਹਦੀ ਗਰੰਟੀ ਹੋਵੇ ਕਿ ਚਾਹੇ ਉਹਨੂੰ ਕਾਰਪੋਰੇਟ ਘਰਾਣਾ ਖਰੀਦੇ ਜਾਂ ਕੋਈ ਹੋਰ ਵਪਾਰੀ ਖਰੀਦੇ, ਉਹ MSP ਤੋਂ ਘੱਟ ਨਾ ਖਰੀਦੇ। ਇੱਥੇ ਸਾਡੀ ਬਚਤ ਹੁੰਦੀ ਆ। ਅਗਰ ਉਹ ਇਹ ਕਾਨੂੰਨ ਖਰੀਦਦਾਰ ਦੇ ਉੱਤੇ ਲਾਗੂ ਨਹੀਂ ਹੁੰਦਾ ਤਾਂ ਕਿਸਾਨ ਪੰਜਾਬ ਦੇ ਚੋਂ ਮਾਰਿਆ ਜਾਊਗਾ, ਉਹਨੂੰ ਮਜ਼ਦੂਰ ਬਣਾ ਕੇ ਲਿਜਾਣ ਦੀ ਹਾਲਤ ਵਿੱਚ ਇਹ ਕਾਨੂੰਨ ਬਣੇ ਨੇ ਤੇ ਇਹ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਉਸ ਫਿਜ਼ਾ ਨੂੰ ਬਰਬਾਦ ਕਰ ਦੇਣਗੇ ਅਗਰ ਇਹਦੇ ਵੱਲ ਧਿਆਨ ਨਾ ਦਿੱਤਾ ਗਿਆ। ਬਿਲਕੁਲ ਜੀ, ਜਿਵੇਂ ਰਣਜੀਤ ਗਿੱਲ ਵੀਰ ਜੀ ਨੇ ਸਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਦੱਸਿਆ ਆ ਕਿ MSP ਜਿਹੜੀ ਆ ਜੇ ਉਹ ਖਤਮ ਹੋ ਜਾਂਦੀ ਆ ਤੇ ਉਹ ਕਿਸਾਨ ਵਾਸਤੇ ਕਿੰਨੀ ਘਾਤਕ ਆ ਕਿ ਜੇ ਕਿਸਾਨ ਮੰਡੀ 'ਚ ਜਾ ਕੇ ਫਸਲ ਵੇਚਦਾ ਤੇ ਉਹਨੂੰ 7% ਟੈਕਸ ਲੱਗੇਗਾ, ਜੇ ਕਿਸਾਨ ਜਿਹੜਾ ਉਹ ਬਾਹਰ ਵੇਚਦਾ ਉਹਨੂੰ 1% ਟੈਕਸ ਆ। ਪਰ ਬਾਹਰ ਦਾ ਵਪਾਰੀ ਜਿਹੜਾ ਕਿਸਾਨ ਆਪਣਾ ਜਿਹੜਾ ਟੈਕਸ ਬਚਾਉਣ ਤੇ ਜੇ ਉਹ ਬਾਹਰ ਵੇਚਦਾ 1% ਜਾ ਕੇ ਜਿਹੜੀ ਆ ਟੈਕਸ ਦਿੰਦਾ ਆ, ਆਪਣੀ ਫਸਲ ਵੇਚਦਾ ਆ, ਤੇ ਬਾਹਰ ਦਾ ਜਿਹੜਾ ਵਪਾਰੀ ਆ ਉਹਦੇ ਕੋਲੋਂ ਆਪਣੀ ਮਨ ਮਰਜ਼ੀ ਦੇ ਮੁਤਾਬਕ ਜਿਹੜਾ ਉਹਨਾਂ ਨੂੰ ਰੇਟ ਦੇਗਾ ਤੇ ਮੰਡੀ ਦੇ ਵਿੱਚ ਜਿਹੜਾ ਆ ਉਹ ਟੈਕਸ ਬਹੁਤ ਜ਼ਿਆਦਾ ਆ ਤੇ ਹਰ ਪਾਸਿਓਂ ਜਿਹੜੀ ਆ ਉਹ ਕਿਸਾਨ ਦੀ ਲੁੱਟ ਹੋ ਰਹੀ ਆ। ਬਹੁਤ ਹੀ ਵਧੀਆ ਸਾਨੂੰ ਪੁਆਇੰਟਸ ਦੱਸੇ ਨੇ ਰਣਜੀਤ ਗਿੱਲ ਵੀਰ ਜੀ ਨੇ। ਤੇ ਅਸੀਂ ਥੋੜਾ ਜਿਹਾ ਜਾਣਨਾ ਚਾਹਾਂਗੇ ਸੰਜੇ ਬਾਲਾ ਜੀ ਦੇ ਕੋਲੋਂ। ਸਾਨੂੰ ਪਤਾ ਲੱਗਾ ਸੀ ਕਿ ਉਹਨਾਂ ਨੇ ਇੱਕ ਵੂਮਨ ਦੀ ਮੀਟਿੰਗ ਕੀਤੀ ਸੀਗੀ ਦਿੱਲੀ ਦੇ ਵਿੱਚ, ਤੇ ਅਸੀਂ ਉਹਨਾਂ ਕੋਲ ਜਾਣਨਾ ਚਾਹਾਂਗੇ ਕਿ ਉਹ ਮੀਟਿੰਗ ਕਿਸ ਤਰ੍ਹਾਂ ਦੀ ਸੀ ਤੇ ਉਹਦੇ ਕੀ ਰਿਸਪੌਂਸ ਸੀਗਾ ਤੇ ਉਹ ਇਕੱਠ ਕਿਉਂ ਕੀਤਾ ਗਿਆ ਸੀ, ਕੀ ਲੋੜ ਸੀ ਉਹਦੀ ਇਕੱਠ ਕਰਨ ਦੀ। ਤੇ ਸੰਜੇ ਬਾਲਾ ਜੀ ਸਾਨੂੰ ਥੋੜਾ ਜਿਹਾ ਇਹਦੇ ਵਿੱਚ डिटेल ਚ ਦੱਸਿਓ जी। वीर जी, मैंने परसों ये मीटिंग की थी मंडे को, क्योंकि मुझे लगता है कि जिस प्रकार देश का अन्नदाता अभी दिल्ली के बॉर्डर्स पर बैठे हैं और देश के कोने कोने से आए हुए हैं, क्योंकि शुरुआत जो हमारे पंजाब के भाइयों ने की थी कि हमें ये काले कानून के खिलाफ उतरना पड़ेगा सड़क पे, तब तक मोदी सरकार नहीं मानेगी, क्योंकि उन्होंने एक तरीके से जबरदस्ती थोपा है इस जो ये बिल है इसको किसानों पर। किसानों को बिल चाहिए नहीं, लेकिन वो जबरदस्ती उसको समझाने पे लगी हुई है कि आपकी भलाई के लिए हमने ये जो बिल है वो पास किया है। तो धीरे धीरे आप देखते हैं कि राजस्थान का भी किसान आ गया है, हरियाणा का भी किसान आ गया है, उत्तर प्रदेश का भी किसान आ गया है, बाकी जगह से भी अभी धीरे धीरे किसानों को कई जगह रोका जा रहा है पुलिस के द्वारा। केंद्र सरकार दल बल का प्रयोग कर रही है उनको यहाँ आने से रोकने के लिए, क्योंकि इनके मंत्री खुद ये कहते हैं कि 200, 250, 500 की रेंज में यहाँ बैठे हुए हैं, ज्यादा लोग नहीं है। तो जो उनके कहने का तात्पर्य है, जो वो मुंह फट तरीके से किसानों पर एलिगेशन पे एलिगेशन लगा रहे कि ये किसान नहीं है, ये तो जी ऐसे ही बैठे हुए हैं जिनके पास कोई काम नहीं होता गांव में, वो लोग आए हुए हैं।
इस तरीके की जो शर्मनाक जो बातें हैं, जो हरकतें हैं, जो किसानों के ऊपर कमेंट है इनकी सरकार के जो मंत्री हैं, विधायक हैं या सांसद हैं, तो उसके साथ साथ हम देख रहे थे कि पंजाब से तो काफी संख्या में बहनें आई हुई हैं, लेकिन उनका हौसला बढ़ाने का टाइम आज अगर है तो वो हरियाणा पास पड़ता है। दिल्ली में मैं खुद रह रही हूँ, तो मैं लगभग रोजाना जाती हूँ वहां बैठती हूँ, पूरा दिन वहां उनके बीच रह के ये महसूस करती हूँ कि उनकी तकलीफें किस प्रकार, वो तकलीफों का सामना करने के बावजूद इतनी हिम्मत और हौसले के साथ अपनी बात पे आज भी कायम है कि हमें ये बिल नहीं चाहिए, क्योंकि देश का किसान बिल्कुल मरने की कगार पे आ जाएगा अगर ये देश में लागू हो जो ये लागू अभी हुआ है ये लागू रहता है। तो कहीं ना कहीं मुझे संख्या महिलाओं की कम लगती थी वहां, तो मैंने परसों एक प्रोग्राम किया हमने 400-500 महिलाओं का, उसमें मैंने वही बातें रखी जो मैं वहां जाके महसूस करती हूँ कि आज कई सारे घरों में ये महसूस किया जा रहा है कि हम तो खेती नहीं करते, हम तो अपनी जमीन को वहां किसी ना किसी के परिवार में या गांव में किसी के हवाले करके आ चुके हैं, हमारा बिजनेस अच्छा चल रहा है, हमारे हस्बैंड नौकरी अच्छी कर रहे हैं, हमारे बच्चे जॉब लग गए या किसी का सेना में भर्ती बच्चा हो गया, तो उसको कहीं ना कहीं लगता है कि ये देश का जो किसान है उसकी लड़ाई है, क्योंकि वो बिल आ गया है, बिल उसको कैंसिल करवाना है। लेकिन हमें ये समझना पड़ेगा, और यही समझाने के लिए मैंने महिलाओं का जो एक प्रोग्राम आयोजित किया, उसमें उनके साथ चर्चा की है कि जो आटा आज हम गेहूं का आटा 20 से 25 रुपए किलो, 30 रुपए किलो खरीद पा रहे हैं, क्योंकि हम बाहर दिल्ली में हैं, देश की राजधानी है, वो अगर किसान के ऊपर वजन आता है और उसकी फसल का उसको सही दाम नहीं मिलता है, तो वो आगे उस खेती को करना छोड़ देगा। क्योंकि आज की हालात अगर हम देखें, आधे से ज्यादा देश का किसान ऐसा है जो ब्याज पर पैसा उठाता है, फिर फसल को बोता है, और उसकी खाद बीज से लेके सब कुछ पैसे उसको वही कहीं ना कहीं से मैनेज करने पड़ते हैं। जब वो 6 महीने बाद फसल आती है, वो उसका सही मूल्य इसलिए मांग रहा है क्योंकि उस फसल की मूल्य के साथ उसके घर की जरूरतें जुड़ी होती हैं, जो पैसा उसने बाहर से उठाया हुआ है उसको भी उसको वापसी करना होता है। किसी के घर में बेटी की शादी ही ऐसे टाइम पे वो रखता है कि जब फसल निकल के वो पैसा आए घर में और वो अच्छे से अपनी बेटी का शादी करे। तो हमें महिलाओं को जो कहीं ना कहीं शहर में रह रहे हैं, उनको ये सोचना पड़ेगा कि जिस प्रकार नोटबंदी में सबसे ज्यादा असर हमारी जेब पे हुआ था, पैसा कहीं से वापिस नहीं आया, काला धन कहीं नहीं था कि भाई जिस तरीके से अंबार लग गया हो, ढेर लग गया हो देश में और सब अमीर हो गए और सबने पैसे उड़ाना शुरू कर दिया, इतना पैसा कहीं नोटबंदी होने से नहीं आया। कहीं ना कहीं जो पिसा था नोटबंदी के टाइम पे भी, वो एक आम इंसान, एक गरीब इंसान पिसा था, एक मध्यम वर्गीय पिसा था। उस टाइम भी उद्योगपतियों को या मंत्रियों को कोई फर्क नहीं हुआ था कि नोटबंदी होगी, वो भिखमरी जो एक नुकसान के कगार पे आ गए हूँ। उसी प्रकार मुझे ये बिल लगता है, मैं इस बिल को भी उसी नोटबंदी के ही तरीके से देखती हूँ। उस टाइम भी लाखों लोगों ने अपनी जान गंवाई थी और केंद्र सरकार ने चूं तक नहीं की थी कि भाई उन्होंने फैसला गलत लिया या वो उनको अफसोस हुआ हो। आज फिर उन्होंने वही काम किया है कि नोटबंदी में जिस प्रकार लोग बातों को भूल गए थे और नीचे नीचे पिस रहे थे, क्योंकि वो देश की मीडिया जो है, हमारी गोदी मीडिया जो हम बोलते हैं मोदी मीडिया, वो इस चीज को जमीन पे जाके कवर ही नहीं करती कि आम इंसान को क्या परेशानी है। तो मैंने महिलाओं को यही बताया कि आज अगर हम किसान भाइयों के साथ, उनके साथ खड़े होकर उनके हिम्मत और हौसला बढ़ाने का काम कर सकते हैं, उनके पास जाके वहां आंदोलन में थोड़ा सा टाइम बिताएं, तो उनकी हिम्मत बढ़ेगी कि नहीं जी मैं अकेला नहीं हूँ। इस देश की जो फसल और नस्ल बचाने की जो लड़ाई है, देश की किसानी बचाने की जो लड़ाई मैंने शुरू की है, उसमें एक आम वर्ग भी मेरे साथ है। और आप देखेंगे जो मैं खुद लाइव देखती हूँ वहां जाके कि आज ये लड़ाई सिर्फ एक किसान की ना रह के देश के हर इंसान कोशिश कर रहा है वहां पहुंचे और अपनी तरफ से कोई दूध का अरेंजमेंट कर रहा है, कोई पानी का अरेंजमेंट कर रहा है, कोई कंबल का अरेंजमेंट कर रहा है। कई भाइयों ने जो एक तंबू टाइप में जो डोनेट किया है कि भाई उनको सर्दी ना लगे, इस तरीके से वो करते हैं। तो महिलाएं भी उसी प्रकार अपनी जेब को देखते हुए कि अगर ये बिल लागू रहता है तो कहीं ना कहीं किसान पे तो असर पड़ ही रहा है, और हमारी जो थाली है जिसमें हम आरामदायक तरीके से घर में उपलब्ध सही रेट पर चीजें ले रहे खाने पीने की, चाहे वो अनाज हो, चावल हो, दूध हो, सब्जी हो, फल हो, वो सभी चीजें देश के किसान से आ रही हैं और वही चीज हम शहर में बैठ के खा रहे हैं। अगर वो चीज कहीं ना कहीं बंद हो गई तो हम भूखे मर जाएंगे।
तो ये चीज महिलाओं को सबसे ज्यादा समझने की जरूरत है और मुझे बहुत अच्छा लगा। आपको मैं बताऊं, मैंने 300 महिलाओं का प्रोग्राम जो सोचा था कि 300 महिलाओं के आसपास से हो जाएगा, क्योंकि टाइमिंग की कमी थी, मैं नहीं टाइम दे पा रही थी। लेकिन मेरे लिए सरप्राइज था कि वहां 500 महिलाएं टाइम टू टाइम पहुंची हैं, कि जो टाइम हमने दिया था मीटिंग का उसी टाइम में पहुंची, और बहुत सलीके से उन्होंने बैठ के इस चीज को महसूस किया कि ये लड़ाई, हमें तो जी पता ही नहीं था कि भाई देश का जो बिल है वो हमारे लिए भी घातक है। कई महिलाओं का हमने व्यू लिया वहां, तो उन्होंने कहा है लास्ट में जाते टाइम कि हमें तो पता ही नहीं था। ये देखिए, आप स्क्रीन पे देख पा रहे हैं, उनको बहुत खुशी हुई कि बालाजी ने एक ऐसी कोशिश की कि हम सबको इकट्ठा होके एक साथ इस चीज को जानने का मौका मिला कि किसान बिल है क्या, और उससे हमारी जेब पे, हमारे घर में जो खर्चा हम एक घर को चलाने के लिए एक महिला के हाथ में ही हम जो तकरीबन दिया जाता है कि आप मैनेज करिए पूरे महीने का राशन पानी का, तो उनको ये इस चीज से समझ आया इस प्रोग्राम में आने से कि नहीं जी हम भी जाएंगे। अगर हर रोज नहीं जा सकते तो हफ्ते में 2 दिन हम जाएंगे और वहां उनके साथ बैठ के उनकी लड़ाई का हिस्सा बनेंगे, क्योंकि देश है कि महिलाओं के बिना पूरी नहीं हो सकती। क्योंकि जिस प्रकार आजादी की लड़ाई में कई महिलाओं ने अपने बलिदान दिया था, रानी लक्ष्मीबाई का हम हमेशा नाम सुनते हैं, तो वो अगर अपने बच्चे को पीठ पर बांधकर अंग्रेजों से जो लड़ सकती हैं, तो आज जो ये पहले गोरों से लड़े थे आज चोरों से लड़ रहे हैं। तो चोरों से लड़ाई में भी हम चाहते हैं कि महिलाएं ज्यादा से ज्यादा आए, कि हमारी जेब पे जो असर पड़ रहा है वो हम पढ़ने नहीं देंगे और ये काला कानून हम बर्दाश्त नहीं करेंगे। और इसमें मैं दिल्ली सरकार का फिर से धन्यवाद करना चाहूंगी, श्री अरविंद केजरीवाल और धन से जिस प्रकार एक राज्य की सरकार को करना चाहिए उस प्रकार से वो सहयोग कर रहे हैं और मरते दम तक वो करना चाहते हैं, चाहे इसमें उनका कुछ भी केंद्र सरकार उन पे जुल्म करे। क्योंकि पिछली थोड़ा सा मीडिया के माध्यम से आपने देखा होगा, दिल्ली के जो जल बोर्ड है, हेड ऑफिस है, उसमें भी तोड़फोड़ जिस तरीके से इन्होंने की थी, एक प्रेशराइज करने के लिए दिल्ली सरकार को कि भाई ये इनका किसानों का सपोर्ट ना करें। तो मैं ये चाहती हूँ कि जिस प्रकार केजरीवाल जी आगे आए हैं, मैं तो ये कह रही हूँ हरियाणा की सरकार को भी आगे आना चाहिए, क्योंकि हरियाणा कृषि प्रधान देश है। मैं खुद हरियाणा से बिलोंग करती हूँ, लेकिन आज वहां के मंत्री मदद करने की बजाय उल्टा किसानों पर आप शब्दों का इस्तेमाल कर रहे हैं। तो किसानों ने भी मुंह तोड़ जवाब दिया। हरियाणा में जो हरियाणा के मुख्यमंत्री है खट्टर साहब, उनकी 2-3 रैलियां कैंसिल करवाई हैं। किसान वहां पहुंच जाते हैं कि भाई घुसने ही नहीं देंगे उस एरिया में जहां ये रैली करने की सोच रहे हैं, क्योंकि वो केंद्र सरकार द्वारा जगह जगह पर किसान बिल का समर्थन दिखाने के लिए ये रैलियां अपने कार्यकर्ताओं के माध्यम से अरेंज करवाते हैं, भीड़ जुटाते हैं वहां, कि भाई ये ज्यादा से ज्यादा किसान दिखे, कि भाई किसान खुश है। लेकिन किसानों का मैं धन्यवाद मानती हूँ, जो युवा हमारे भाई हैं जिन्होंने इस आंदोलन को मजबूती दी है, हरियाणा में या पंजाब में या उत्तर प्रदेश में, राजस्थान में जो भाई है, जो युवा वर्ग है, मैं उसके लिए भी सैल्यूट चाहूंगी कि उन्होंने इस तरीके से अपनी हिम्मत और जो एक जोश है उसके साथ इस आंदोलन को इस तरीके से मैनेज किया हुआ है। और जो बुजुर्ग हैं उनको मैं प्रणाम कहना चाहूंगी, सलाम करना चाहूंगी कि उन्होंने जिस प्रकार होश में इस आंदोलन को अब तक चलाया है या आगे चला रहे, वो बहुत ही काबिले तारीफ है। क्योंकि जब 10 लोग एक जगह इकट्ठे होते हैं तो आप देखते हो कि उनके ही विचारों में आपसी मतभेद आ जाता है और उनकी कलह शुरू हो जाती है आपस में। लेकिन यहाँ इतनी ज्यादा संख्या में, लाखों की संख्या में जो दिल्ली के चारों तरफ बॉर्डर्स पे है, आप एक तिनके तक का शोर शराबा आपको नहीं दिखेगा। इतना शांतिपूर्ण तरीके से, इस तरीके से सभी धर्मों के लोग यहाँ बैठते हैं, एक दूसरे का सपोर्ट कर रहे हैं और शांतिपूर्वक चल रहा है। साथ में मार्केट खुली हुई है, रोजमर्रा के जो वहां बॉर्डर पर जो दुकानें हैं, मॉल है या कोई भी अपना जो एक काम धंधा चला रहा है, उसको कोई तकलीफ नहीं है किसान आंदोलन से। उल्टा वो खुश है कि भाई किसान आंदोलन है, तो उसमें जिस प्रकार से खाने की व्यवस्था है, वहां किसान आंदोलन में जो आए हुए लोग हैं उनके साथ साथ अदर जो वहां के बच्चे हैं वो खुश होते हैं वहां के, क्योंकि उनको लगता है कि जो खाने पीने की चीज वो खुद खा रहे हैं वो उनको भी दे रहे हैं। तो ऐसा आंदोलन मैंने नहीं देखा है कभी कि भाई जिसमें इतना शांतिपूर्वक तरीके से मैनेज हो रहा है। और उसमें महिलाओं को, जो हरियाणा के आसपास की महिलाएं हैं, वो हर रोज आती हैं, मीडिया नहीं दिखा रही उसको। 50, 150, 300 एक जो काफिला है एक तरफ का, वो आता है, सुबह से आती है, वो शाम को फिर वो घर पे जाके अपना घर का काम करती है। तो मैं सैल्यूट करती हूँ उन बहनों पर भी, जो हमारे भाइयों का, हमारी जो पंजाब से आई हुई बहनें हैं,
उनका हौसला बढ़ाने के लिए वहां टाइम निकाल रहे हैं। और मैं खुद अपनी बुलेट लेके डेली वहां जाने की कोशिश करती हूँ कि मैं वहां जाऊं और उनका हौसला बढ़ाऊं कि हम सब आपके साथ हैं, हमारी लड़ाई है, ये अकेले किसान की लड़ाई नहीं है। जी धन्यवाद आप जी ਦਾ। ਇਹ ਬਹੁਤ ਹੀ ਵਧੀਆ ਸੋਚ ਸੰਜੇ ਬਾਲਾ ਜੀ ਦੀ ਕਿ ਰਸੋਈ ਦੇ ਵਿੱਚ ਤਾਂ ਜਿਹੜਾ ਕੰਮ ਆ ਉਹ ਮਹਿਲਾਵਾਂ ਨੇ ਜ਼ਿਆਦਾਤਰ ਕਰਨਾ ਹੁੰਦਾ ਹੈ ਤੇ ਸਾਰੇ ਖਰਚੇ ਦਾ ਮਹਿਲਾਵਾਂ ਨੂੰ ਪਤਾ ਹੁੰਦਾ ਆ ਕਿ ਰਸੋਈ ਦਾ ਖਰਚਾ ਕਿੰਨਾ ਆ। ਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੋਏ ਆ ਕਿ ਅਸੀਂ ਚਾਹੁੰਦੇ, ਕਿਸਾਨ ਚਾਹੁੰਦੇ ਆ ਕਿ ਜਿਹੜਾ ਸਾਡਾ ਆਟਾ ਅਸੀਂ ਅੰਨ ਖਾਂਦੇ ਆ ਉਹ ਕੋਈ 5, 10 ਜਾਂ 20 ਰੁਪਏ ਕਿਲੋ ਜਿਹੜਾ ਵਾ ਉਹ ਰਸੋਈ ਤੱਕ ਪਹੁੰਚੇ। ਪਰ ਜਿਹੜੀ ਇੰਡੀਆ ਦੀ ਗਵਰਨਮੈਂਟ ਹੈ, ਇੰਡੀਆ ਦੀ ਸਰਕਾਰ ਆ ਭਾਰਤ ਦੀ, ਉਹ ਚਾਹੁੰਦੀ ਆ ਕਿ ਜਿਹੜਾ ਅੰਨ ਆ ਉਹਨੂੰ ਭੰਡਾਰ ਕਰਕੇ ਅੰਬਾਨੀਆਂ ਦੇ ਸੈਲੋ ਦੇ ਵਿੱਚ ਭੰਡਾਰ ਕਰਕੇ ਤੇ ਰਸੋਈ ਤੱਕ ਜਿਹੜਾ ਆ ਉਹ 120 ਰੁਪਏ ਕਿਲੋ ਪਹੁੰਚਾਇਆ ਜਾਵੇ। ਬਹੁਤ ਹੀ ਵਧੀਆ ਸੋਚ ਤੁਹਾਡੀ ਸੰਜੇ ਬਾਲਾ ਜੀ, ਕਿਉਂਕਿ ਜਿੱਥੇ ਮਹਿਲਾਵਾਂ ਤੇ ਬੱਚੇ ਆ ਜਾਣ ਸੰਘਰਸ਼ ਦੇ ਵਿੱਚ, ਕਹਿੰਦੇ ਆ ਕਿ ਉਹ ਸੰਘਰਸ਼ ਨੂੰ ਕੋਈ ਮੱਠਾ ਨਹੀਂ ਪਾ ਸਕਦਾ ਜਾਂ ਉਸ ਸੰਘਰਸ਼ ਨੂੰ ਕੋਈ ਫਿਰ ਫੇਲ ਨਹੀਂ ਕਰ ਸਕਦਾ। ਸੋ ਇਹਦੇ ਵਾਸਤੇ ਅਸੀਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ। ਤੇ ਮੇਰਾ ਖਿਆਲ ਹੁਣ ਇੱਕ ਵੀਡੀਓ ਪਲੇ ਕਰਨ ਦਾ ਸਮਾਂ ਹੋ ਗਿਆ ਤੇ ਅਸੀਂ ਆਪਣੇ ਟੈਕਨੀਕਲ ਇੰਜੀਨੀਅਰ ਬਲਜਿੰਦਰ ਸਿੰਘ ਵੀ ਭਾਜੀ ਵੱਲ ਜਾਂਦੇ ਹਾਂ ਕਿ ਉਹ ਵੀਡੀਓ ਨੂੰ ਪਲੇ ਕਰਨ। ਜੀ ਬਲਜਿੰਦਰ ਸਿੰਘ ਵੀ ਵੀਰ ਜੀ, ਅਮਰਜੀਤ ਵੀਰ ਜੀ ਵੀਡੀਓ ਪਲੇ ਕਰਿਓ ਜੀ। ਹਾਂਜੀ ਹਾਂਜੀ, ਸੌਰੀ ਵਿੱਚ ਇੰਟਰਨੈਟ ਥੋੜੀ ਪ੍ਰੋਬਲਮ ਆ ਗਈ ਸੀਗੀ। ਤੇ ਹਾਂਜੀ ਵਰਦੀਪ ਜੀ, ਮੈਂ ਧੰਨਵਾਦ ਕਰਦਾ। ਇਸ ਵੇਲੇ 4 ਵਜੇ ਆ ਜਰਮਨ ਦੇ ਵਿੱਚ, ਤੁਸੀਂ ਹੋਸਟ ਕਰਨ ਲਈ ਸਵੇਰੇ 4 ਵਜੇ ਤੱਕ ਉੱਠ ਕੇ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਉਸ ਤੋਂ ਬਾਅਦ ਮੈਂ ਜਿੰਨੇ ਫੇਸਬੁੱਕ ਤੇ ਸਾਡੇ ਵੀਰ ਜੁੜੇ ਆ ਮੈਂ ਉਹਨਾਂ ਦਾ ਕੁਝ ਨਾਂ ਲੈਣਾ ਚਾਹੁੰਦਾ, ਜਿੱਦਾਂ ਆਪਣੇ ਚਮਕੌਰ ਰਾਏ ਜੀ, ਆਪਣੇ ਚਰਨਜੀਤ ਗਰੇਵਾਲ ਜੀ, ਅਮਨ ਸ਼ਰਮਾ ਜੀ, ਸਤਪਾਲ ਸ਼ਰਮਾ ਜੀ, ਅਜੀਤ ਭੱਠਲ ਜੀ, ਤੇ ਆਪਣੇ ਹੋਰ ਵੀ ਸੱਜਣ ਜੁੜੇ ਹੋਏ ਆ। ਸੁਰਿੰਦਰ ਜੀ ਜੁੜੇ ਹੋਏ ਨੇ ਆਪਣੇ ਨਾਲ, ਮੁਹੰਮਦ ਜੀ ਜੁੜੇ ਹੋਏ ਨੇ, ਅਭੀ ਸੈਣੀ ਜੀ ਜੁੜੇ ਹੋਏ ਆ, ਜਸ ਗਿੱਲ ਜੀ ਜੁੜੇ ਹੋਏ ਆ, ਮਨਪ੍ਰੀਤ ਕੌਰ ਜੀ ਜੁੜੇ ਹੋਏ ਆ, ਪ੍ਰਤਾਪ ਸਿੰਘ ਜੀ ਜੁੜੇ ਹੋਏ ਆ। ਸੋ ਇਹਨਾਂ ਸਾਰੇ ਵੀਰਾਂ ਦਾ, ਅਵਤਾਰ ਮਥਾਰੂ ਜੀ ਜੁੜੇ ਹੋਏ ਆ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਇੱਥੇ ਅਮਨ ਸ਼ਰਮਾ ਜੀ ਨੇ ਪੋਸਟ ਕੀਤਾ ਕਿ ਅੱਜ ਦਸੰਬਰ 30 ਆ ਤੇ ਅੱਜ 12:30 ਵਜੇ ਸਾਡੇ NRI ਵੀਰ ਜਿਹੜੇ ਇੱਧਰੋਂ ਗਏ ਆ ਉੱਥੇ ਇੰਡੀਆ ਦੇ ਵਿੱਚ ਇਸ ਕਿਸਾਨ ਅੰਦੋਲਨ ਦੇ ਵਿੱਚ ਭਾਗ ਲੈਣ ਲਈ, ਉਹ 12:30 ਵਜੇ ਜਿਹੜੀ ਸਿੰਧੂ ਬਾਰਡਰ ਦੀ ਮੇਨ ਸਟੇਜ ਆ ਉਹਦੇ ਸਾਹਮਣੇ ਇਕੱਠੇ ਹੋਣਗੇ। ਤੇ ਜੇ ਕੋਈ ਵੀਰ ਆਪਣਾ NRI ਵੀਰ ਉੱਥੇ ਗਿਆ ਹੋਇਆ ਤੇ ਉੱਥੇ ਸਟੇਜ ਦੇ ਸਾਹਮਣੇ ਪਹੁੰਚੋ। ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਜਿਹੜੇ ਆਪਣਾ ਟਾਈਮ ਕੱਢ ਕੇ ਆਪਣੇ ਪਰਿਵਾਰਾਂ ਨੂੰ ਪਿੱਛੇ ਤੇ ਬਾਹਰ ਕੰਟਰੀਆਂ ਵਿੱਚ, ਚਲੋ ਇੱਧਰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਫਿਰ ਵੀ ਇੱਧਰੋਂ ਨਿਕਲਣਾ ਬੜਾ ਮੁਸ਼ਕਲ ਆ, ਸਾਨੂੰ ਇਸ ਚੀਜ਼ ਦਾ ਪਤਾ ਹੈ ਜੀ। ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹਾਂਜੀ ਭਾਜੀ, ਹੁਣ ਆਪਾਂ ਵੀਡੀਓ ਚਲਾਉਂਦੇ ਆ ਜੀ ਇੱਕ, ਤੇ ਫਿਰ ਆਪਾਂ ਉਸ ਤੋਂ ਬਾਅਦ ਚ ਗੱਲ ਕਰਦੇ ਆ ਜੀ। ਧੰਨਵਾਦ ਜੀ। ਤੇ ਇਹਦੇ ਵਿੱਚ ਥੋੜਾ ਜਿਹਾ ਅੱਜ ਇੰਟਰਨੈਟ ਦੀ ਵੀ ਪ੍ਰੋਬਲਮ ਆ ਰਹੀ ਹੈ ਆਪਾਂ ਨੂੰ। ਤੇ ਸਾਰੇ ਦਰਸ਼ਕ ਜਿੰਨੇ ਸਾਡੇ ਦੇਖ ਰਹੇ ਨੇ ਉਹਨਾਂ ਦਾ ਪਹਿਲਾਂ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਆ ਲਓ ਜੀ ਆਪਾਂ मनीष जी, ये काला कानून किसके लिए बनाया गया है ये समझ गए आप लोग? ये काला कानून किसान के हित में नहीं, और नरेंद्र सिंह तोमर से लेकर प्रकाश जावड़ेकर तक जितने भी गुलाम मंत्री हैं, मैं चुनौती देता हूं इस मंच के माध्यम से, आप पूरे दिन बहस करो। ये कानून तुमने अडानी के लिए बनाया है, अपने मालिक के लिए बनाया है, और ये लड़ाई देश के लाल बनाम देश के दलाल है, मैं ये कहना चाहता हूं। और इसमें देश के लाल की जीत होगी, उस लाल की जिसको तुम आतंकवादी कह रहे हो। तुम शहीद आजम भगत सिंह के वंशजों को आतंकवादी कहते हो, बेईमानों, शर्म नहीं आती? तुम शहीद उधम सिंह के वंशजों को आतंकवादी कहते हो, खालिस्तानी कहते हो? तुम शहीद करतार सिंह सरापा के वंशजों को आतंकवादी कहते हो? तुम लाला लाजपत राय के वंशजों को आतंकवादी कहते हो? तुम जलियांवाला बाग में कांड में अपने
अपनी शहादत देने वाले हजारों हजार हमारे सिख भाइयों के वंशजों को आतंकवादी कह के देश के आजादी के आंदोलन को अपमानित करने का काम किया है। तुम लोग देशद्रोही हो, देश के साथ गद्दारी करने वाले लोग हो, और वो अन्नदाता हमारे देशभक्त हैं जो अपने हक के लिए लड़ रहे हैं। आपने कहानी पढ़ी होगी, खबरें पढ़ी होंगी, आपने पढ़ के आंख में आंसू आ गया। पिता सिंगू बॉर्डर पे आंदोलन में बैठे हुए थे, बेटा सीमा पर शहीद हो गया। सुखबीर सिंह बेटा सीमा पर भारत माता की रक्षा के लिए शहीद हो रहा है, और पिता धरती माता की रक्षा के लिए आंदोलन कर रहा है। और ऐसे लोगों को आतंकवादी कहने वाले लोग कौन है, ये हमको और आपको तय करना होगा। ये देश के गद्दार लोग हैं, ये अडानी और अंबानी के गुलाम लोग हैं जो अन्नदाताओं को अपमानित करने का काम कर रहे हैं। और ऐसे समय में साथियों और दोस्तों, पूरे देश के अंदर यह हो रहा है। अडानी ने मोगा के अंदर में भी अपना कोल्ड स्टोरेज बना लिया। पूरे देश में अडानी और अंबानी के कोल्ड स्टोरेज बन रहे हैं, और आपको समझाया जा रहा है किसान के हित में बिल है, किसान के हित में बिल है। मई के महीने में, जून के महीने में हमको आपकी चिंता थी कि पड़ोसी की जान कैसे बचेगी। हमको आपको चिंता थी कि हमारे मोहल्ले में कोई भूखा तो नहीं है। मोदी जी को चिंता थी आपदा में अवसर तलाशो, हमारे 2 मालिकों का पेट हम कैसे भरेंगे। आप गरीबों का पेट भर रहे थे, मोदी जी अपने मालिक का पेट भर रहे थे, अडानी का अंबानी का पेट भर रहे थे। और इस 3 बिल के अंदर कहीं पर भी एमएसपी की गारंटी नाम का शब्द नहीं लिखा हुआ है। मैंने कहा भाजपाइयों, इसमें एमएसपी की गारंटी कहां है? तो कहने लगे संजय जी, अरे आपने सुना नहीं मोदी जी ने कितना बढ़िया भाषण दिया पार्लियामेंट में, प्रधानमंत्री ने कह दिया एमएसपी मिल जाएगी, एमएसपी मिल जाएगी। आप क्यों नहीं मानते? प्रधानमंत्री की बात पे आपको भरोसा नहीं है? तो मैं यहां जितने चंद लोग बैठे हैं उनसे पूछना चाहता हूं, अगर आप लोग कह दोगे मैं भी प्रधानमंत्री जी की बात मान लूंगा। प्रधानमंत्री जी ने भाषण दिया था 2 करोड़ रोजगार देंगे, मिल गया क्या? जोर से बोलिए। प्रधानमंत्री जी ने कहा था हर खाते में 15 लाख आएगा, आ गया क्या? प्रधानमंत्री जी ने कहा था जीएसटी से दूसरी आजादी मिल जाएगी, मिल गई क्या? प्रधानमंत्री जी ने कहा था नोटबंदी से तकदीर बदल जाएगी, बदल गई क्या? प्रधानमंत्री जी ने स्टार्टअप इंडिया, मेक इन इंडिया, स्टैंड अप इंडिया, सिट अप इंडिया, सिट डाउन इंडिया, जो मन में आया बोला। सब हो गया क्या? हुआ क्या? तो प्रधानमंत्री जी अगर कह रहे हैं कि एमएसपी मिल जाएगी तो मिल जाएगी क्या? बाद में क्या बोलेंगे? क्या बोलेंगे? जोर से बोलिए। जुमला था, जुमला था। तो किसान भाइयों को क्यों भरोसा नहीं? क्योंकि उनको कहा था स्वामीनाथन आयोग की रिपोर्ट लागू करेंगे, यानी C2 + 50%, यानी फसल का जो लागत मूल्य है उसके ऊपर 50% मुनाफा तुमको देंगे। कब कहा था? 2014 में। को कहा था तुम्हारी आय 2 गुना कर देंगे। कब कहा था? 2014 में। 6 साल में फसल का 1.5 गुना दाम नहीं दिया, आय 2 गुना की नहीं, तो क्या किसान को मानना चाहिए कि एमएसपी मिल जाएगी? कि किस तरीके से वहां अल्पमत में होने के बावजूद ये काला कानून पास किया गया। बड़ी पीड़ा हुई इस बात की हम लोगों को कि हम सब कुछ करने के बावजूद ये बिल नहीं रोक पाए, लेकिन आपके दम पे, देश के किसानों के दम पे ये काला कानून वापस होगा, ये विश्वास है। बहुत बहुत शुक्रिया, बहुत बहुत धन्यवाद। इंकलाब, इंकलाब। आम नाइस जी अमरजीत वीर जी, आप जी का बहुत बहुत धन्यवाद। आप जी ने बहुत ही वधिया वीडियो ਜਿਹੜੀ ਆ ਉਹ ਸਭ ਦੇ ਸਾਹਮਣੇ ਰੱਖੀ ਆ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਜਿਹੜੇ ਵਾਅਦੇ ਕੀਤੇ ਸੀਗੇ 2 ਕਰੋੜ ਰੁਜ਼ਗਾਰ ਦਿੱਤਾ ਜਾਏਗਾ ਜਾਂ GST ਦੇ ਨਾਲ ਜਿਹੜਾ ਵਾ ਉਹ ਕਿਸਾਨ ਜਾਂ ਹਰ ਵਰਗ ਜਿਹੜਾ ਖੁਸ਼ਹਾਲ ਹੋਵੇਗਾ, ਜਾਂ ਨੋਟਬੰਦੀ ਦੀ ਗੱਲ ਸੀ ਤੇ 15 ਲੱਖ ਰੁਪਇਆ ਹਰ ਇੱਕ ਦੇ ਖਾਤੇ ਵਿੱਚ ਪਾਉਣ ਦੀ ਗੱਲ ਕੀਤੀ ਸੀ, ਪਰ ਉਹ ਕਿਤੇ ਨਾ ਕਿਤੇ ਫੋਕੇ ਦਾਅਵੇ ਤੇ ਬਾਅਦ ਦੇ ਵਿੱਚ ਜੁਮਲਾ ਕਰਾਰ ਦਿੱਤਾ ਗਿਆ। ਤੇ ਇਹਦੇ ਵਿੱਚ ਇਹ ਆ ਕਿ ਹੁਣ ਕਿਸਾਨ ਜਿਹੜੀ ਫੋਕੀ ਉਹਨਾਂ ਦੀ ਇੱਕ ਗੱਲ ਆ ਕਿ ਬਿਨਾਂ ਕਿਸੇ ਲਿਖਤ ਤੋਂ ਕਿ MSP ਦੀ ਗਾਰੰਟੀ ਦੇ ਰਹੇ ਹੋ, ਕਿਸਾਨ ਕਿਵੇਂ ਮੰਨ ਜਾਣ ਜਦ ਕਿ ਪਹਿਲਾਂ ਹੀ ਸਾਰੇ ਜੁਮਲੇ ਸੀਗੇ। ਤੇ ਅਸੀਂ ਫਿਰ ਆਉਂਦੇ ਆ ਜੀ ਵਾਪਸ ਆਪਣੀ ਫੇਸਬੁੱਕ ਚਰਚਾ ਦੇ ਵੱਲ, ਤੇ ਰਣਜੀਤ ਸਿੰਘ ਗਿੱਲ ਵੀਰ ਜੀ ਕੋ ਅਸੀਂ ਜਾਣਨਾ ਚਾਹਾਂਗੇ ਕਿ
ਜਿਵੇਂ ਇੱਕ ਪਹਿਲਾਂ ਵੀ ਅੰਦੋਲਨ ਹੋਇਆ ਸੀਗਾ 1907 ਦੇ ਵਿੱਚ, ਜਿਹੜਾ ਗੋਰੇ ਲੋਕ ਇੱਥੇ ਗੋਰਾ ਸ਼ਾਸਨ ਸੀਗਾ ਗੋਰਿਆਂ ਦਾ, ਤੇ ਉਦੋਂ ਵੀ ਅੰਗਰੇਜ਼ੀ ਸਰਕਾਰ ਦੇ ਵੇਲੇ ਸੇਮ ਜਿਹੜੇ ਕਾਨੂੰਨ ਸੀਗੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਉਦੋਂ ਵੀ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਸੀ ਤੇ 9 ਮਹੀਨੇ ਇਹ ਅੰਦੋਲਨ ਚੱਲਿਆ ਸੀਗਾ। ਤੇ ਇਹ ਜਿਹੜਾ ਹੁਣ ਕਿਸਾਨ ਸੰਘਰਸ਼ ਚੱਲ ਰਿਹਾ, ਇਹ ਵੀ ਬਹੁਤ ਹੀ ਲੱਗਦਾ ਕਿ ਲੰਬਾ ਜਾਏਗਾ। ਇੱਕ ਵੀਰ ਜੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਫਸਲ ਬੀਮਾ ਯੋਜਨਾ ਜਿਹੜਾ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਿਓ ਕਿ ਰਫੇਲ ਤੋਂ ਵੀ ਵੱਡਾ ਘਪਲਾ ਇਹਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਕਿ ਰਫੇਲ ਤੋਂ ਵੀ ਇਹ ਵੱਡਾ ਘਪਲਾ ਆ, ਤੇ ਜੇ ਆਪ ਜੀ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ ਦੱਸੋ ਸਾਨੂੰ। ਵਰਦੀਪ ਜੀ, ਚਾਹੇ ਉਹ ਕਿਸਾਨ ਬੀਮਾ ਯੋਜਨਾ, ਚਾਹੇ ਉਹ 2-2000 6 ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤਿਆਂ 'ਚ ਆਉਣ ਦੀ ਯੋਜਨਾ, ਇਹ ਸਿਰਫ ਇੱਕ ਧੋਖਾ ਹੈ। ਧੋਖਾ ਨਹੀਂ, ਸਿਰਫ ਇੱਕ ਬਰਾ ਕੇ ਰੱਖਣ ਦਾ ਸਾਧਨ ਹੈ। 2000 ਦੇ ਨਾਲ ਕੀ ਕਿਸਾਨ 6 ਮਹੀਨੇ ਰੋਟੀ ਖਾ ਲੂਗਾ, ਇੱਕ ਪਰਿਵਾਰ ਖਾ ਲੂਗਾ? ਤੇ ਇਹ ਸਿਰਫ ਜਿਹੜੀਆਂ ਇਹ ਚੀਜ਼ਾਂ ਨੇ 1965 ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ, ਮੈਂ ਉਦੋਂ ਬਹੁਤ ਛੋਟਾ ਸੀ ਜਦੋਂ ਕਾਰਡਾਂ ਤੇ ਖੰਡ ਮਿਲਣੀ ਸ਼ੁਰੂ ਹੋਈ ਸੀ। ਮੇਰੇ ਮਨ 'ਚ ਉਦੋਂ ਵਿਚਾਰ ਗਿਆ ਸੀ, ਬੱਚਾ ਹੁੰਦੇ ਹੋਏ ਵੀ, ਬਈ ਅਸੀਂ ਤਾਂ ਯਾਰ ਖੁਦ ਗੰਨਾ ਪੈਦਾ ਕਰਦੇ ਹਾਂ, ਸਾਰਾ ਕੁਝ ਪੈਦਾ ਕਰਦੇ, ਤੇ ਸਾਨੂੰ ਹੀ ਕਾਰਡ ਦਿਖਾ ਕੇ ਕਿਲੋ ਖੰਡ ਲਈ ਤਰਸਣਾ ਪੈ ਰਿਹਾ। ਸੁਸਾਇਟੀਆਂ ਦੇ ਵਿੱਚੋਂ ਖੰਡ ਮਿਲਦੀ ਹੁੰਦੀ ਸੀ। ਉਸੇ ਤਰ੍ਹਾਂ ਜੋ ਅੱਜ ਕੱਲ ਹੋ ਰਿਹਾ, ਸੌਰੀ ਮੈਂ ਤੁਹਾਡੇ ਉਸ ਵਿਸ਼ੇ ਤੋਂ ਥੋੜਾ ਪਾਸੇ ਜਾ ਰਿਹਾ, ਪਰ ਰਿਲੇਟਡ ਉਹਦੇ ਨਾਲ ਹੀ ਹੈ। ਉਸੇ ਤਰ੍ਹਾਂ ਹੀ ਜਿਹੜਾ ਹੁਣ ਦਾ ਸਮਾਂ ਵਿਚਰ ਰਿਹਾ ਵਾ, ਜਾਂ ਜਿਸ ਪਾਸੇ ਵੱਲ ਨੂੰ ਹਿੰਦੁਸਤਾਨ ਦੀ ਪਬਲਿਕ ਨੂੰ ਧੱਕਿਆ ਜਾ ਰਿਹਾ, ਜਾਂ ਕਿੰਨੇ % ਧੱਕੀ ਜਾ ਰਹੀ ਆ, ਕਿੰਨੇ ਸਟੇਟਾਂ ਨੇ ਜਿਹੜੀਆਂ ਆਲਰੇਡੀ ਇਹਦਾ ਸੰਤਾਪ ਭੋਗ ਰਹੀਆਂ ਨੇ। ਬਿਹਾਰ ਵਰਗੀਆਂ ਸਟੇਟਸ, ਮਹਾਰਾਸ਼ਟਰ ਵਰਗੀਆਂ, ਜਿਹੜੇ ਲੋਕ ਬੋਲਦੇ ਨਹੀਂ ਸੀ ਜਾਂ ਇਹਨਾਂ ਨੇ ਬੋਲਣ ਨਹੀਂ ਦਿੱਤੇ ਸੀ, ਉਹ ਅੱਜ ਜਦੋਂ ਪੰਜਾਬ ਜਾਂ ਹਰਿਆਣਾ ਦੇ ਜਿਹੜੇ ਬੰਦੇ ਉਹ ਜਵਾਨ ਮੂਹਰੇ ਲੱਗੇ ਨੇ ਔਰ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ, ਉਹਨਾਂ ਨੇ ਇਹ ਚੀਜ਼ ਨੂੰ ਸਮਝਿਆ ਵਾ। ਸਰਕਾਰ ਤਾਂ ਕਹਿੰਦੀ ਆ ਨਾ ਬਈ ਇਹਨਾਂ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਸਮਝ ਕਿਉਂ ਨਹੀਂ ਆ ਰਹੀ। ਮੈਂ ਕਹਿੰਦਾ ਵੀ ਇਹਨਾਂ ਨੂੰ ਸਮਝ ਆ ਗਈ ਤਾਂ ਹੀ ਤਾਂ ਉੱਠੇ ਨੇ। ਜੇ ਇਹਨਾਂ ਨੂੰ ਸਮਝ ਨਾ ਆਉਂਦੀ ਤਾਂ ਫਿਰ ਤੁਹਾਡੇ ਮਗਰ ਲੱਗ ਜਾਂਦੇ, ਠੀਕ ਆ ਨਾ। ਹੁਣ ਜਿਸ ਤਰ੍ਹਾਂ ਜੋ ਹਾਲਤ ਹੋ ਰਹੀ ਹੈ, ਜਿਸ ਤਰ੍ਹਾਂ ਇਹ ਆਲਰੇਡੀ ਕਾਨੂੰਨ ਤਾਂ ਬਾਅਦ ਚ ਪਾਸ ਹੈ, ਜਿਵੇਂ ਪਹਿਲਾਂ ਵੀ ਗੱਲ ਕਰੀ ਸੀ, ਇਹ ਆਲਰੇਡੀ ਚੱਲ ਪਿਆ ਵਾ। ਜਿਹੜਾ ਮੋਗੇ ਕੋਲੇ ਅਡਾਨੀ ਦਾ ਹੈਗਾ ਬਣਿਆ ਹੋਇਆ ਆਪਣਾ ਸੈਲੋ, ਉਹਦੇ ਵਿੱਚ ਪਿਛਲੇ 2-3 ਸਾਲ ਤੋਂ ਜਦੋਂ ਕਣਕ ਆਉਂਦੀ ਹੈ ਉਹਦੀਆਂ ਟਰਾਲੀਆਂ ਉੱਥੇ ਜਾਂਦੀਆਂ ਨੇ, ਕਿਉਂਕਿ FCI ਦੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰੀ ਸੀਗੀ, FCI ਨੇ ਪਹਿਲਾਂ ਸੀਗਾ ਵੀ ਉਹ ਆਪਦੇ ਕੋਲੇ ਗੋਦਾਮ ਨਹੀਂ ਸੀ, ਉਹ ਉੱਥੇ ਪਹੁੰਚਾਉਂਦੇ ਸੀ, ਰਾਈਟ। ਤੇ ਉਹ ਤੋਂ ਬਾਅਦ ਉਹ FCI ਨੇ ਇਹਦੇ ਵਿੱਚੋਂ ਆਪਦੇ ਆਪ ਨੂੰ ਵੀ ਕੱਢ ਲਿਆ ਵੀ ਕਿਸਾਨ ਸਿੱਧੇ ਹੀ ਉੱਥੇ ਲੈ ਜਾਣ। ਉਹ ਜਿਹੜਾ ਸੀਗਾ ਜਿਸ ਕਿਸਮ ਦੇ ਨਾਲ ਇਹ ਪ੍ਰੋਗਰਾਮ ਬਣਿਆ ਸੀਗਾ, ਉਹ ਆਲਰੇਡੀ ਚੱਲ ਪਿਆ ਵੀ ਕਿਸਾਨ ਸਿੱਧੀ ਉੱਥੇ ਲੈ ਕੇ ਜਾਣ ਲੱਗ ਗਏ। FCI ਕੀ ਕਰਨ ਲੱਗੀ, ਉਹਦੇ ਕੋਲੇ ਸਿਰਫ MSP ਦਾ ਜਿਹੜਾ ਮਹਿਕਮਾ ਉਹ ਰਹਿ ਗਿਆ। ਪਰ MSP ਦਾ ਮਹਿਕਮਾ ਵੀ ਜਦੋਂ 10,000 ਕਰੋੜ ਤੋਂ ਚੱਲ ਕੇ 350 ਤੋਂ 400 ਕਰੋੜ ਤੱਕ ਉਹਦੇ ਤੇ ਕਰਜ਼ਾ ਪੈ ਗਿਆ, ਉਹ ਬੈਂਕਰਪਸੀ ਦੀ ਕਗਾਰ ਤੇ ਆ ਗਈ। ਇਸ ਚੀਜ਼ ਨੂੰ ਉੱਥੇ ਤੱਕ ਲਿਆਂਦਾ ਗਿਆ। ਕਿਉਂ ਲਿਆਂਦਾ ਗਿਆ? ਕਿਉਂਕਿ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਉਹਦੇ ਲਈ ਹਾਲਾਤ ਪਹਿਲਾਂ ਪੈਦੇ ਕੀਤੇ। ਅੱਜ ਸਾਡੇ ਕੋਲ ਇੱਕ ਬਹੁਤ ਵੱਡਾ ਸਵਾਲ ਹੈ, ਅਗਰ ਅਸੀਂ ਕਹਿੰਦੇ ਹਾਂ ਵੀ ਸਾਨੂੰ MSP ਮਿਲਣੀ ਚਾਹੀਦੀ ਹੈ, MSP ਸਾਨੂੰ ਤਾਂ ਹੀ ਮਿਲੂਗੀ ਅਗਰ ਉਹਦੇ ਲਈ ਇੱਕ ਮਹਿਕਮਾ ਜਿੰਦਾ ਹੋਊਗਾ, ਜਿਹੜਾ ਉਹਨੂੰ ਸਾਂਭੂਗਾ, ਜਿਹੜਾ ਉਹਦੇ ਤੇ ਮੈਨੇਜ ਕਰੂਗਾ। ਜੇ FCI ਖਤਮ ਹੋ ਗਈ, ਤੁਹਾਨੂੰ MSP ਦੇਣੀ ਕਿਹਨੇ, MSP ਦੇਣੀ ਕਿਹਨੇ ਹੈ? ਇਸ ਵੇਲੇ ਸਵਾਲ ਇਹ ਪੈਦਾ ਹੁੰਦਾ ਵਾ ਬਈ ਅਗਰ ਅਸੀਂ ਇਹ ਜਿਹੜੇ ਕਾਨੂੰਨ ਵਾਪਸ ਕਰਾਉਣ ਦੇ ਨਾਲ ਪਰਾਲੀ ਦਾ ਕਾਨੂੰਨ ਵਾਪਸ ਕਰਾਉਣ ਦੇ ਨਾਲ ਅਗਰ ਅਸੀਂ MSP ਕਾਨੂੰਨ ਤੇ ਗਰੰਟੀ ਕਾਨੂੰਨ ਲੈਂਦੇ ਆ, ਕਾਨੂੰਨ ਬਣੇ ਉਹਦੇ ਤੇ ਕਿ ਕਿਸਾਨ ਦੀ ਲਾਗਤ ਦਾ 1.5 ਗੁਣਾ ਕੀਮਤ ਜਿਹੜੀ ਉਹਦੀ ਮਿਥੀ ਜਾਊਗੀ, ਅਦਰਵਾਈਜ਼ ਤਾਂ ਲਾਗਤ ਨਹੀਂ ਮੁੜਨੀ, ਤੇ ਲਾਗਤ ਮੁੜ ਵੀ ਨਹੀਂ ਰਹੀ। ਕਿਉਂਕਿ ਵਪਾਰੀ ਦਾ ਕੰਮ ਤਾਂ ਇਹ ਹੈਗਾ, ਵਪਾਰੀ ਨੇ ਤਾਂ ਆਪਦਾ ਮੁਨਾਫਾ ਦੇਖਣਾ ਵੀ ਕਿੰਨੇ % ਵੱਧ ਗਿਆ। ਠੀਕ ਆ, ਉਹਨਾਂ ਨੇ ਸੈਲੋ ਬਣਾਏ, ਉਹਨਾਂ ਦਾ ਕਰੋੜਾਂ ਅਰਬਾਂ ਦਾ ਉਹਦੇ ਉੱਤੇ ਇਨਵੈਸਟਮੈਂਟ ਹੋਈ, ਪਰ ਉਹਦੇ ਵਿੱਚ ਕਿਸਾਨ ਦਾ ਤਾਂ ਕੋਈ ਕਸੂਰ ਨਹੀਂਗਾ। ਅਗਰ ਉਹਨਾਂ ਨੇ ਬਿਜ਼ਨਸ ਕੀਤਾ, ਉਹ ਬਿਜ਼ਨਸ ਦੇ ਆਧਾਰ ਤੇ ਉਹਨਾਂ ਨੇ ਵੀ ਕੈਲਕੂਲੇਸ਼ਨਾਂ ਕੀਤੀਆਂ। ਅਗਰ ਉਹਨਾਂ ਨੇ ਕੈਲਕੂਲੇਸ਼ਨਾਂ ਕੀਤੀਆਂ ਤਾਂ ਜਿਹੜਾ ਅੰਨ ਉਗਾਉਂਦਾ ਹੈ, ਸਵੇਰੇ ਉੱਠ ਕੇ ਵਾਹੁੰਦਾ ਹੈ, ਫਿਰ ਉਹਨੂੰ ਵੱਤ ਕਰਦਾ, ਫਿਰ ਉਹਦੇ ਬੀਜ ਬੀਜਦਾ, ਫਿਰ ਉਹਦੇ ਪਾਣੀ ਪਿਲਾਉਂਦਾ, ਫਿਰ ਸਪਰੇਆਂ ਕਰਦਾ, ਨਦੀਨ ਕੱਢਦਾ, ਫਿਰ ਉਹਨੂੰ
उस फसल नूं मंडियां 'ਚ ਲੈ ਕੇ ਜਾਂਦਾ है, राइट। किते किन्ना सफर करदा हो कि ਉਹਨੂੰ ਉਹਦੀ ਲਾਗਤ ਦਾ 1.5% ਅਗਰ नहीं मिलता ਤਾਂ ਉਹਨੇ ਆਪਣੇ ਆਪ ਹੀ ਕੰਗਾਲ ਹੋਣਾ। ਜਿਸ ਕਗਾਰ ਦੇ ਉੱਤੇ ਹੁਣ ਕਿਸਾਨ ਖੜਾ, ਉਹ ਉਸ ਤੱਕ ਉਹਨੂੰ ਲਿਆਉਣ ਵਾਲਾ ਕਾਰਪੋਰੇਟ ਘਰਾਣਾ ਉਹ ਵਪਾਰੀ ਵਰਗ ਹੈ। ਜੀ ਰਣਜੀਤ ਗਿੱਲ ਵੀਰ ਜੀ, ਇੱਕ ਮੇਰੇ ਮਨ 'ਚ ਹੁਣੀ ਸਵਾਲ ਆ ਰਿਹਾ ਸੀਗਾ ਕਿ ਕਿਸਾਨ ਜਿਵੇਂ ਪਹਿਲਾਂ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਆ ਜੀ, ਤੇ ਕੀ ਇਸ ਕਾਨੂੰਨ ਦੇ ਨਾਲ ਤੁਹਾਨੂੰ ਲੱਗਦਾ ਆ ਕਿ ਖੁਦਕੁਸ਼ੀਆਂ ਦਾ ਜਿਹੜਾ ਅੰਕੜਾ ਆ ਬਹੁਤ ਜ਼ਿਆਦਾ ਵੱਧ ਜਾਵੇਗਾ? ਇਹਦੇ ਵਿੱਚ ਖੁਦਕੁਸ਼ੀਆਂ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ, ਪਰ ਇਹਦੇ ਨਾਲ ਇਹ ਆ ਕਿ ਜਦੋਂ ਜਿਹੜਾ ਪੰਜਾਬ ਦਾ ਟੋਟਲ ਪਾਪੂਲੇਸ਼ਨ ਆ ਉਹ ਐਸੇ ਭੰਬਲ ਭੁੱਸੇ 'ਚ ਪੈ ਜੂਗੀ ਵੀ ਉਹਨੂੰ ਪਤਾ ਹੀ ਨਹੀਂ ਲੱਗਣਾ ਮੈਂ ਕਰਨਾ ਕੀ ਆ, ਕਿਉਂਕਿ ਉਹਨਾਂ ਨੂੰ ਜਿਹੜੇ ਸਮੇਂ ਦੇ ਹਾਲਾਤ ਨੇ ਇੰਨਾ ਉਲਝਾ ਲੈਣਾ ਹੈ, ਇੰਨਾ ਉਲਝਾ ਲੈਣਾ। ਕਿਉਂਕਿ ਜੇ ਤੁਸੀਂ ਕਾਨੂੰਨਾਂ ਦੀ ਨੇਚਰ ਨੂੰ ਵੇਖਦੇ ਹੋ, ਉੱਥੇ ਹਾਲਾਤ ਇਹ ਪੈਦਾ ਹੋਣੇ ਆ, ਜੇ ਜਿੱਥੇ ਤੱਕ ਮੈਂ ਸਮਝਦਾ ਵਾਂ, ਜਦੋਂ ਇਹ ਅੰਬਾਨੀ ਅਡਾਨੀ ਨੇ ਨਹੀਂ ਉੱਥੋਂ ਥੋਤੋਂ ਫਿਰ ਫਸਲ ਖਰੀਦਣ ਆਉਣੀ, ਕਾਂਟਰੈਕਟ ਜਿਹੜੀ ਹੈਗੀ ਆ ਆਪਣਾ ਕਾਨੂੰਨ ਬਈ ਉਹਦੇ ਤੇ ਕਾਂਟਰੈਕਟ ਦੇ ਆਧਾਰ ਤੇ ਤੁਹਾਨੂੰ ਕੌਣ ਦੱਸੂਗਾ ਤੁਸੀਂ ਕੀ ਕਿੰਨਾ ਬੀਜਣਾ ਵਾ। ਜਿਸ ਤਰ੍ਹਾਂ ਇੱਕ ਮੀਡੀਏਟਰ ਦਾ ਖਿਆਲ ਆਇਆ ਸੀਗਾ ਪ੍ਰਾਵਧਾਨ ਇਹਦੇ ਵਿੱਚ, ਉਸੇ ਤਰ੍ਹਾਂ ਹੀ ਜਿਹੜਾ 30,000 ਇਸ ਵੇਲੇ ਤੁਹਾਡੇ ਕੋਲੇ ਵਿਚੋਲੀਆ ਬੈਠਾ ਵਾ, ਜਾਂ ਇਹ ਵਿਚੋਲੀਆ ਕਹਿੰਦੇ ਲਫ਼ਜ਼ ਭੈੜਾ ਵਾ, ਆੜ੍ਹਤੀਆ ਬੈਠਾ ਵਾ, ਉਹ ਕਿਸਾਨ ਨੂੰ ਇਹ ਪਤਾ ਵੀ ਸਾਨੂੰ MSP ਜਾਂ ਮੇਰੀ ਫਸਲ ਦਾ ਮੁੱਲ ਕਿੱਥੇ ਮਿਲਣਾ ਵਾ, ਰਾਈਟ। ਜਦੋਂ ਹਾਲਾਤ ਉੱਥੇ ਚਲੇ ਗਏ ਉਦੋਂ ਛੋਟਾ ਕਿਸਾਨ ਇਹਨਾਂ ਨੇ ਖਤਮ ਕਰਨਾ। ਜੇ ਛੋਟਾ ਕਿਸਾਨ ਖਤਮ ਹੋ ਗਿਆ, ਛੋਟਾ ਕਿਸਾਨ ਖਤਮ ਕਿਵੇਂ ਹੋਊਗਾ? ਛੋਟਾ ਕਿਸਾਨ ਮੀਡੀਏਟਰ ਖਤਮ ਕਰੂਗਾ। ਉੱਥੇ ਇਹਨਾਂ ਨੇ ਆਪਣੇ ਉਹ ਇੱਕ ਇਹਨੇ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ ਵਿੱਚ ਦਲਾਲ ਛੱਡਣੇ ਜਿਹੜੇ ਆ ਕੇ ਕਿਸਾਨ ਨਾਲ ਗੱਲ ਕਰਨਗੇ ਵੀ ਤੂੰ ਇੱਥੇ ਛੋਲੇ ਬੀਜ, ਇੱਥੇ ਮੂੰਗੀ ਬੀਜ, ਤੈਨੂੰ ਇੰਨਾ ਭਾਅ ਦਊਂਗਾ, ਤੂੰ ਇੱਥੇ ਝੋਨਾ ਬੀਜ, ਇੱਥੇ ਇੰਨੀ ਮੱਕੀ ਬੀਜ। ਜਿਹੜੀ ਹੁਣ ਨਹੀਂ ਹੋ ਰਹੀ ਨਾ, ਉਹ ਉਦੋਂ ਹੋਊਗੀ। ਉਦੋਂ ਕੀ ਹੋਊਗਾ, ਜਿਹੜਾ ਵਿਚਾਲਦਾ ਮੀਡੀਏਟਰ ਹੈ ਉਹ ਜਿਹੜਾ ਵੱਡਾ ਕਾਰਪੋਰੇਟ ਘਰਾਣਾ ਉਹਦੇ ਨਾਲ ਇੱਕ ਪ੍ਰਾਈਸ ਸੈੱਟ ਕਰੂਗਾ। ਉਹ ਪ੍ਰਾਈਸ ਸੈੱਟ ਕਰੂਗਾ, ਮੰਨ ਲਿਆ ਬਈ $1800 ਹੀ ਉਹਨੇ ਝੋਨੇ ਦੀ ਪ੍ਰਾਈਸ ਸੈੱਟ ਕਰਤੀ, ਉਹ ਕਿਸਾਨ ਨੂੰ ਆ ਕੇ ਕਹੂਗਾ ਵੀ ਮੈਂ ਤੇਰੀ 1200 ਨੂੰ ਚੱਕੂਗਾ, ਜੇ ਤੂੰ 1200 ਨੂੰ ਚੁਕਾਉਣ ਦੇ ਉੱਤੇ ਬੀਜਦਾ ਤਾਂ ਤੇਰੀ ਮਰਜ਼ੀ ਹੈ, ਨਹੀਂ ਤੇਰੀ ਮਰਜ਼ੀ ਹੈ। ਕਿਸਾਨ ਕੋਲੇ ਕੋਈ ਰਾਹ ਨਹੀਂ ਰਹਿਣਾ। ਜਿਹੜਾ ਇਹ ਕਹਿੰਦੇ ਆ ਅੱਜ ਆੜ੍ਹਤੀਆ ਖਾਤਮ ਕਰ ਰਹੇ ਆ, ਉਹਦੇ ਨਾਲ ਵੱਡਾ ਆੜ੍ਹਤੀਆ ਮੀਡੀਏਟਰ ਦੇ ਰੂਪ ਵਿੱਚ ਆਊਗਾ, ਜਿਹੜੀ ਕਿਸਾਨਾਂ ਦੀ ਜਾਂ ਜ਼ਿਮੀਂਦਾਰ ਦੀ ਲੁੱਟ ਇੰਨੀ ਵੱਧ ਜੂਗੀ ਕਿਉਂਕਿ ਉਹਨੂੰ ਲਾਗਤ ਮੁੱਲ ਵੀ ਨਹੀਂ ਮਿਲਣਾ। ਦੂਜੀ ਚੀਜ਼ ਇਹਦੇ ਵਿੱਚ ਇਹ ਆਊਗੀ, ਜਦੋਂ ਮੀਡੀਏਟਰ ਆਊਗਾ ਉਹ ਜਦੋਂ ਤੁਹਾਨੂੰ ਕਾਂਟਰੈਕਟ ਬੇਸਿਸ ਦੇ ਉੱਤੇ ਕਹੂਗਾ ਵੀ ਇੱਥੇ ਆਹ ਫਸਲ ਬੀਜ, ਉਹ ਫਸਲ ਜਦੋਂ ਕਹੂਗਾ ਉਹਦੇ ਉੱਤੇ ਉਹ ਕਹੂਗਾ ਬੀਜ ਵੀ ਮੈਂ ਤੈਨੂੰ ਕਹਿੰਦਾ ਆਹ ਬੀਜ ਹੋਣਾ ਚਾਹੀਦਾ, ਇਹਦੇ ਤੇ ਆਹ ਖਾਦ ਪੈਣੀ ਚਾਹੀਦੀ ਆ, ਇਹਦੇ ਤੇ ਆਹ ਸਪਰੇ ਪੈਣੀ ਚਾਹੀਦੀ ਆ, ਇਹਦੇ ਤੇ ਇਹ ਸਟੈਂਡਰਡ ਦੇ ਨਾਲ ਇਹ ਖੇਤੀ ਹੋਊਗੀ ਤਾਂ ਤੇਰੀ ਇਹ ਫਸਲ ਵਿਕੂਗੀ। ਦੂਜੀ ਚੀਜ਼, ਜਿਹੜਾ ਕਿਸਾਨ ਉਸ ਅਧੀਨ ਆ ਕੇ ਉਹ ਕਾਂਟਰੈਕਟ ਬੇਸਿਸ ਤੇ ਖੇਤੀ ਕਰੂਗਾ ਉਹਨੂੰ ਉਹ ਚੀਜ਼ਾਂ ਮਿਲਣਗੀਆਂ। ਜਿਹੜਾ ਉਹ ਇਹਨਾਂ ਤਿੰਨਾਂ ਕਾਨੂੰਨਾਂ ਦੇ ਅਧੀਨ ਨਾ ਹੋ ਕੇ ਆਪਦੀ ਖੇਤੀ ਕਰੂਗਾ ਵੀ ਮੈਂ ਤਾਂ ਤੁਹਾਨੂੰ ਦਿੰਦਾ ਨਹੀਂ, ਮੈਂ ਤਾਂ ਆਪੇ ਵੇਚਣੀ ਆ, ਉਹਨੂੰ ਇਹ ਚੀਜ਼ਾਂ ਮਿਲਣੀਆਂ ਨਹੀਂ। ਉਹ ਆਟੋਮੈਟਿਕਲੀ ਇਹ ਸਰਕਲ ਦੇ ਵਿੱਚੋਂ ਬਾਹਰ ਹੋ ਜਾਊਗਾ, ਉਹ ਸਮੇਂ ਦੀ ਮਾਰ ਖਾਊਗਾ, ਉਹ ਕਾਰਪੋਰੇਟ ਘਰਾਣੇ ਦੀ ਮਾਰ ਖਾਊਗਾ। ਬਿਲਕੁਲ ਵੀਰ ਜੀ, ਬਹੁਤ ਹੀ ਵਧੀਆ ਡਿਟੇਲ ਦੇ ਨਾਲ ਤੁਸੀਂ ਦੱਸਿਆ ਆ ਕਿ ਕਿਸਾਨਾਂ ਦੇ ਉੱਤੇ ਬਾਅਦ ਚ ਦਬਾਅ ਹੋਏਗਾ, ਫਸਲ ਵੀ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਦੀ ਮਰਜ਼ੀ ਦੇ ਨਾਲ ਬੀਜਾਂ ਦਾ ਦਬਾਅ ਜਿਹੜਾ ਕਿਸਾਨ ਤੇ ਬਣਿਆ ਰਹੇਗਾ। ਤੇ ਅਸੀਂ ਇੱਕ ਚੀਜ਼ ਹੋਰ ਵੀਰ ਜੀ ਜਾਣਨੀ ਚਾਹੁੰਦੇ ਆ ਕਿ ਜਿਵੇਂ ਸੰਜੇ ਸਿੰਘ ਜੀ ਦੀ ਵੀਡੀਓ ਦੇ ਵਿੱਚ ਆਪ ਜੀ ਨੇ ਵੇਖਿਆ ਆ ਕਿ ਅੱਤਵਾਦੀ ਕਿਹਾ ਜਾ ਰਿਹਾ ਭਗਤ ਸਿੰਘ ਦੇ ਵਾਰਸਾਂ ਨੂੰ, ਕਿ ਭਗਤ ਸਿੰਘ ਹੁਣੀ ਤੇ ਦੇਸ਼ ਆਜ਼ਾਦ ਕਰਵਾ ਕੇ ਗਏ ਆ ਕਿ ਸਾਡੇ ਲੋਕ ਜਿਹੜੇ ਪਿੱਛੇ ਆਵਾਮ ਆ ਉਹ ਸੁੱਖ ਦੀ ਨੀਂਦ ਸੋਏਗਾ, ਪਰ ਹੁਣ ਜਿਹੜੇ ਸੰਘਰਸ਼ ਕਰ ਰਹੇ ਆ ਫਿਰ ਉਹਨਾਂ ਨੂੰ ਅੱਤਵਾਦੀ ਤੱਕ ਕਿਹਾ ਜਾ ਰਿਹਾ ਹੈ। ਤੇ ਇੱਥੋਂ ਤੱਕ ਕਿ ਥੋੜਾ ਜਿਹਾ ਜਿਹੜਾ ਖਾਲਸਾ ਏਡ ਦੇ ਰਵੀ ਸਿੰਘ ਆ ਉਹਨਾਂ ਨੂੰ ਵੀ ਅੱਤਵਾਦੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਆ। ਪਰ ਉਹਨਾਂ ਨੇ, ਜਿਵੇਂ ਅਸੀਂ ਵੇਖਦੇ ਰਹੇ ਕਿ ਸਮੇਂ ਅਨੁਸਾਰ ਕਿਸੇ ਵੀ ਦੇਸ਼ ਦੇ ਵਿੱਚ, ਮੁਲਕ ਦੇ ਵਿੱਚ, ਕੰਟਰੀ ਦੇ ਵਿੱਚ ਜਿਹੜੀ ਵਿਵਸਥਾ ਆਈ ਆ ਉੱਥੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਆ, ਪਰ ਮੀਡੀਆ ਦੇ ਵੱਲੋਂ ਉਹਨਾਂ ਨੂੰ ਅੱਤਵਾਦੀ ਪ੍ਰਚਾਰਿਆ ਜਾ ਰਿਹਾ ਹੈ। ਤੇ ਜਿਵੇਂ ਆਪ ਜੀ ਜੇ ਦੋ ਸ਼ਬਦ ਇਹਦੇ ਬਾਰੇ ਕੁਝ ਕਹਿਣਾ ਚਾਹੋ ਤਾਂ। ਮਨਦੀਪ ਜੀ ਦੇਖੋ, ਜਿਹੜਾ ਵਰਗ ਉਹਨਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਜਾਂ ਰਵੀ ਸਿੰਘ ਹੋਰਾਂ ਤੇ ਕੁਐਸਚਨ ਪੈਦਾ ਕਰ ਰਿਹਾ, ਉਹ ਆਪਾਂ ਤੋਂ ਬਹੁਤ ਸਿਆਣੇ ਨੇ।
they already knows that they are saying they are lying. ਉਹਨਾਂ ਨੂੰ ਪਤਾ ਵਾ। ਇੱਥੇ ਤਾਂ ਹੁਣ ਸਾਨੂੰ ਸਾਡੀ ਜਨਤਾ ਨੂੰ ਉਹਨਾਂ ਦੀ ਸੋਚ ਤੋਂ ਅੱਗੇ ਚੱਲਣਾ ਪਊਗਾ। ਜੇ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਆ ਕੇ ਸਾਡੇ ਵਿੱਚ ਵੀ ਇਹ ਹੜਬੜੀ ਪੈਦਾ ਹੁੰਦੀ ਆ ਵੀ ਯਾਰ ਸੱਚੀ ਇਹ ਅੱਤਵਾਦੀ ਹੈ, ਸੱਚੀ ਰਵੀ ਸਿੰਘ ਨੂੰ ਕੋਈ ਬਾਹਰੋਂ ਏਡ ਮਿਲਦੀ ਆ, ਰਵੀ ਸਿੰਘ ਤਾਂ ਸਾਰੇ ਸੰਸਾਰ ਵਿੱਚ ਵਿਚਰ ਰਿਹਾ। ਇਹ ਤਾਂ ਸਿਰਫ ਤੁਹਾਨੂੰ ਮੁੱਦੇ ਤੋਂ ਭਟਕਾਉਣ ਦੇ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ। ਅਸੀਂ ਐਡੇ ਵੱਡੇ ਸੰਘਰਸ਼ ਦੇ ਮਾਲਕ ਬਣ ਗਏ, ਅਸੀਂ ਅੱਜ ਇੱਕ ਦੁਨੀਆ ਨੂੰ ਇੱਕ ਐਡਾ ਸੁਨੇਹਾ ਦੇਤਾ। ਸਾਡੇ ਉਹ ਬੁੱਢੇ ਜਰਨੈਲ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹ ਤੁਹਾਨੂੰ ਕਿੱਥੇ ਤੱਕ ਲੈ ਕੇ ਚਲੇ ਗਏ ਜੇ ਹਲੇ ਸਾਨੂੰ ਇਹ ਗੋਦੀ ਮੀਡੀਆ ਦੇ ਇਹਨਾਂ ਚਾਲਾਂ ਦਾ ਪਤਾ ਨਹੀਂ ਲੱਗ ਸਕਿਆ, ਸਮਝ ਨਹੀਂ ਸਕੇ। ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ, ਅਗਰ ਇਹੋ ਜਿਹੀ ਗੱਲ ਪੈਦਾ ਹੁੰਦੀ ਆ, ਸਾਨੂੰ ਜਿਵੇਂ ਅੱਜ ਦੀ ਇਹ ਵਰਚੁਅਲ ਮੀਟਿੰਗ ਆਪਣੀ ਚੱਲ ਰਹੀ ਆ, ਇਹਦੇ ਵਿੱਚ ਵੀ ਇਹ ਡਿਸਕਸ ਨਹੀਂ ਕਰਨਾ ਚਾਹੀਦਾ। ਅਗਰ ਆਪਾਂ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦੇ ਹਾਂ ਸੋਸ਼ਲ ਮੀਡੀਆ ਤੇ, ਤਾਂ ਅਸੀਂ ਉਹਨਾਂ ਦਾ ਮਕਸਦ ਪੂਰਾ ਕਰ ਰਹੇ ਹਾਂ। ਅਗਰ ਹਰ ਬੰਦਾ, ਹਰ ਤੁਹਾਡੇ ਵਰਗਾ ਵਿਚਾਰਕ ਇਸ ਗੱਲ ਦਾ, ਇਸ ਮੁੱਦੇ ਨੂੰ ਦੁਬਾਰਾ ਆਪਦੇ ਉਹਨਾਂ ਮਿੱਤਰਾਂ ਵਿੱਚ, ਆਪਦੇ ਉਹਨਾਂ ਜਿਹੜੇ ਜਿਸ ਤਰ੍ਹਾਂ ਅਸੀਂ ਅੱਜ ਤੁਹਾਡੇ ਕੋਲੇ ਬੈਠੇ ਆ ਉਹਨਾਂ ਵਿੱਚ ਲੈ ਕੇ ਹੀ ਨਾ ਜਾਵੇ, ਉਹਦੀ ਗੱਲ ਹੀ ਨਾ ਕਰੇ, ਮੈਂ ਕਹਿੰਦਾ ਤੁਸੀਂ ਬਹੁਤ ਵੱਡਾ ਯੋਗਦਾਨ ਪਾਓਗੇ। ਉਸ ਚੀਜ਼ ਨੂੰ ਸੁਣੋ ਤੇ ਇਗਨੋਰ ਕਰ ਦਿਓ। ਮੈਂ ਇਹਦੇ ਬਾਰੇ ਬੇਨਤੀ ਕਰੂੰਗਾ। ਬਿਲਕੁਲ ਵੀਰ ਜੀ, ਬਹੁਤ ਹੀ ਵਧੀਆ ਸੁਝਾਅ ਨੇ ਤੁਹਾਡੇ। ਤੇ ਜਿਵੇਂ ਕਿ ਉੱਥੇ ਕਿਸਾਨਾਂ ਨੇ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਹੋਇਆ ਵਾ, ਚਾਹੇ ਇੰਡੀਆ ਦੀ ਭਾਰਤ ਦੀ ਸਰਕਾਰ ਵੱਲੋਂ ਜਿਹੜਾ ਆ ਕਿ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ, ਚਾਹੇ SYL ਦਾ ਮੁੱਦਾ ਚੁੱਕਿਆ ਗਿਆ ਆ, ਕੋਈ ਵੀ ਮੁੱਦਾ ਚੁੱਕਿਆ ਗਿਆ ਆ, ਤੇ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਆ, ਤੇ ਕੋਈ ਆਪਸੀ ਉੱਥੇ ਦਰਾੜ ਨਹੀਂ ਉਹਨਾਂ ਦੇ ਵਿੱਚ ਪਈ। ਤੇ ਬਹੁਤ ਹੀ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਯੋਗਦਾਨ ਇੱਕ, ਜਾਂ ਉਹਨਾਂ ਦੀ ਸੂਝ ਬੂਝ ਦਾ ਇਹ ਸਾਰਾ ਹੈਗਾ ਆ ਕਿ ਉੱਥੇ ਆਪਸੀ ਭਾਈਚਾਰਾ ਜਿਹੜਾ ਉਹ ਬਣਿਆ ਹੋਇਆ ਆ। ਇਹ ਪ੍ਰਦੀਪ ਜੀ, ਜਿਹੜਾ SYL ਨਹਿਰ ਦਾ ਇਹਨਾਂ ਨੇ ਉੱਥੇ ਲਿਆ ਕੇ ਜੋ ਇੱਕ ਹਜੂਮ ਬਿਠਾਇਆ ਸੀਗਾ, ਉਹ ਵੀ ਪੂਰਾ ਪੁਲਿਸ ਦੇ ਘੇਰੇ ਦੇ ਵਿੱਚ ਸੀਗਾ। ਉਹਦੇ ਵਿੱਚ ਬਹੁਤ ਆਪਣੇ ਰਿਪੋਰਟਰ ਬੀਬੀਆਂ ਕੁੜੀਆਂ ਵੀ ਗਈਆਂ, ਜਿਹੜੇ ਆਜ਼ਾਦ ਮੀਡੀਆ ਹੈਗਾ, ਉਹਨਾਂ ਨੇ ਜਾ ਕੇ ਕਈਆਂ ਨੂੰ ਪੁੱਛਿਆ। ਮੈਂ ਆਪ ਵੇਖੀ ਉਹ ਜੋ ਵੀਡੀਓ ਵਾਇਰਲ ਹੋਈ, ਉਹਦੇ ਵਿੱਚ ਇੱਕ ਬੀਬੀ ਨੂੰ ਪੁੱਛਿਆ ਗਿਆ ਬਈ ਤੁਸੀਂ ਕਿਉਂ ਬੈਠੇ ਹੋ? ਕਹਿੰਦੀ ਪਾਣੀ ਦਾ ਮਸਲਾ। ਤੇ ਕਹਿੰਦੇ ਪਾਣੀ ਕਿੱਥੋਂ? ਕਹਿੰਦੇ SYL ਦਾ। ਕਹਿੰਦੇ SYL ਦਾ ਮਤਲਬ ਦੇ ਇਹ ਫਿਰ ਕਿੱਥੇ ਜਾਣਾ? ਕਹਿੰਦੇ ਗੰਗਾ ਜਲ ਦਾ ਮਸਲਾ ਸਾਡਾ ਇਹ। ਤੇ ਦੂਜੇ ਨੂੰ ਪੁੱਛਿਆ ਵੀ ਇਹ ਪਾਣੀ ਫਿਰ ਕਿੱਥੇ, ਤੁਸੀਂ ਆਏ ਕਿੱਥੋਂ ਆ? ਕਹਿੰਦੇ ਬਿਹਾਰ ਤੋਂ। ਕਹਿੰਦੇ ਬਿਹਾਰ ਤਾਂ ਆਪਣੇ SYL ਨਹਿਰ ਜਾਂਦੀ ਨਹੀਂ ਗੀ, ਤੇ ਤੁਹਾਨੂੰ ਕੀ ਪ੍ਰੋਬਲਮ ਆ? ਉਹ ਕਹਿੰਦੇ ਪਾਣੀ ਸਾਡੇ ਘਰ 'ਚ ਨਹੀਂ ਆਉਂਦਾਗਾ। ਉਹ ਲੋਕ ਫੜ ਕੇ ਲਿਆਂਦੇ ਹੋਏ ਸੀ। ਉਹ ਵੀ ਇੱਕ, ਜਿਸ ਤਰ੍ਹਾਂ ਜੇ ਤੁਸੀਂ ਧਿਆਨ ਨਾਲ ਵੇਖੋ, ਅੱਜ ਤੱਕ ਇਸ ਕਿਸਾਨ ਅੰਦੋਲਨ ਨੂੰ ਘਚਾਲਣ ਦੇ ਲਈ ਜੋ ਵੀ ਮੁੱਦਾ ਲਿਆਂਦਾ ਗਿਆ, ਉਹ ਇੱਕ ਇਸ ਤਰ੍ਹਾਂ ਦਾ ਸ਼ੋਸ਼ਾ ਵਾ ਜਿਹੜਾ ਇਹਨਾਂ ਦਾ ਕੰਮ ਨਹੀਂ ਕਰ ਰਿਹਾ। ਹੁਣ ਤੱਕ ਕਿੰਨੇ ਸ਼ੋਸ਼ਾ, ਇਹ ਵੀ ਸ਼ੋਸ਼ਾ ਸੀਗਾ, ਰਾਈਟ। ਈਵਨ ਇਹਨਾਂ ਦੇ ਜਿਹੜੇ ਆਪਦੇ MLA ਬੈਠੇ ਨੇ ਜਾਂ ਹੋਰ ਬੈਠੇ ਨੇ, ਉਹਨਾਂ ਤੋਂ ਬਿਨਾਂ SYL ਨਹਿਰ ਦਾ ਕਿਸੇ ਨੂੰ ਨਹੀਂ ਪਤਾ ਵੀ SYL ਨਹਿਰ ਕੀ ਹੈ। ਉਹ ਵੀ ਇੱਕ ਕਿਸੇ ਤਰ੍ਹਾਂ ਦਾ ਇੱਕ ਲੋਕਾਂ 'ਚ ਭਰਮ ਪਾਉਣ ਦੀ, ਜਾਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਦੇ ਉੱਤੇ ਮੈਂ ਹਰਿਆਣੇ ਦੇ ਨੌਜਵਾਨਾਂ ਨੂੰ ਦਾਅ ਦਿੰਦਾ ਵੀ ਉਹਨਾਂ ਨੇ ਇਹ ਕਿਹਾ ਸਾਡੇ ਭਾਈਆਂ ਦਾ ਮਸਲਾ, ਅਸੀਂ ਆਪੇ ਨਜਿੱਠ ਲਾਂਗੇ, ਸਾਨੂੰ ਸਰਕਾਰਾਂ ਦੀ ਲੋੜ ਨਹੀਂ। ਜੀ ਵੀਰ ਜੀ, ਮੇਰਾ ਖਿਆਲ ਟਾਈਮ ਵੀ ਕਾਫੀ ਹੋ ਗਿਆ, ਸ਼ਾਇਦ 1 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ, ਤੇ ਅਸੀਂ ਅੰਤ ਦੇ ਲਾਸਟ ਦੇ ਵਿੱਚ ਇੱਕ ਵਾਰੀ ਫਿਰ ਜਾਣਦੇ ਹਾਂ ਜੀ ਸੰਜੇ ਬਾਲਾ ਜੀ ਦੇ ਕੋਲ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿਸਾਨੀ ਸੰਘਰਸ਼ ਦੇ ਲਈ। जी संजय बाला जी। देखिए वीर जी, संदेश तो यही है कि भाजपा जो मोदी सरकार है वो पूरी कोशिश करेगी कि धर्म के मुद्दे पे अगर उनका ये नहीं चला, जो एक षड्यंत्र है, तो ये SYL को दूसरा जो भाईचारा है उसको बिगाड़ने के लिए कुछ ना कुछ षड्यंत्र रचेगी, क्योंकि ये इसके खून में है। जो भाजपा पार्टी है या उसके कार्यकर्ता, उनके खून में ही है कि वो एक दूसरे को, भाईचारे को बना के रखना ही नहीं चाहते। लेकिन मैं जाते जाते संदेश यही देना चाहूंगी, जिस प्रकार मैंने और मेरी टीम ने मिलकर जो ये महिलाओं का जो एक हमारा कार्यक्रम किया, हमने एक किसान बिल के समर्थन में, और ज्यादा से ज्यादा संख्या में वहां महिलाएं पहुंचना शुरू करेंगी। उसी प्रकार मैं नौजवानों को, मेरी बहनों को, बुजुर्गों को मैं ये कहना चाहूंगी कि शांति पूर्वक तरीके से जैसा अब तक हमारा आंदोलन चलता है वैसे ही भगवान करे आगे चले, और जल्दी से जल्दी हमारी जीत, और जीत के हम अपने घरों में, अपने परिवार के पास वापसी जाएं। और नौजवानों से यही कहना चाहेंगे कि जोश के साथ होश से भी काम लीजिए।
क्योंकि आपकी लड़ाई देश के अन्नदाता को उसका हक दिलाने की है, हमारी आने वाली फसलों और नस्लों को बचाने की है। इसमें फालतू मुद्दों पर ध्यान ना दें, और जो ये ऐसी वायरल वीडियो ये बीजेपी वाले करना चाहते हैं उनको ज्यादा से ज्यादा शेयर ना करते हुए उसको वहीं बंद किया जाए और अच्छी चीजों का प्रचार किया जाए। जैसे मेरी टीम ने, मैंने एक बार इच्छा जाहिर की कि हमने एक महिलाओं का प्रोग्राम करना चाहिए, मेरी पूरी टीम ने पूरा सहयोग किया और महिला जो हमारी टीम है उसने इतना बढ़ चढ़ के भाग लिया, तो मैं उनका तहे दिल से धन्यवाद करना चाहूंगी। हमारे भाई संजीव झा ने जो इस कार्यक्रम का एट ए टाइम अरेंजमेंट किया उसके लिए भी मैं धन्यवाद चाहूंगी। और मैं तमाम उन भाइयों से कहना चाहूंगी कि ज्यादा से ज्यादा अपने यार दोस्तों को, अपने रिश्तेदारों को एक जगह बिठाइए। अगर उनको ये चीज समझ नहीं आ रही कि ये लड़ाई किस लिए है और क्यों हमें इसका सपोर्ट करना चाहिए, और ज्यादा से ज्यादा उसको समझाएं और दिल्ली के बॉर्डर्स पर पहुंचे, उनका समर्थन कीजिए, उनकी हिम्मत बढ़ाइए, तभी हमें मजबूती मिलेगी। जी धन्यवाद आप जी का कि मैं एक मिनट सरकार वालों सार ਜਿਹੜਾ ਛਡਿਆੰਤਰ ਆ ਉਹ ਰਚਿਆ ਜਾਏਗਾ ਕਿਸਾਨੀ ਸੰਘਰਸ਼ ਨੂੰ, ਕਿਸਾਨ ਏਕਤਾ ਮੋਰਚਾ ਨੂੰ ਫੇਲ ਕਰਨ ਦੇ ਲਈ। ਤੇ ਅਸੀਂ ਹੁਣ ਜਾਵਾਂਗੇ ਜੀ ਰਣਜੀਤ ਸਿੰਘ ਗਿੱਲ ਵੀਰ ਜੀ ਦੇ ਕੋਲ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਸੰਬੰਧੀ। ਹਾਂਜੀ, ਮੈਂ ਇੱਕ ਮਿੰਟ ਹੀ ਲੈਣਾ ਗੁਰਦੀਪ ਜੀ। ਮੇਰਾ ਇੱਕ ਮਨ ਦੇ ਵਿੱਚ ਸੁਨੇਹਾ, ਮਨ ਦੇ ਵਿੱਚ ਮੇਰੇ ਸਵੇਰ ਦੀ ਬੜੀ ਖਰਬਲੀ ਮੱਚੀ ਹੋਈ ਆ ਵੀ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਆ, ਜਿਵੇਂ ਆਪਣੀਆਂ ਸੰਯੁਕਤ ਮੋਰਚਾ ਵਾ ਜਾਂ ਹੋਰ ਸਟੇਜਾਂ ਲੱਗੀਆਂ ਹੋਈਆਂ ਨੇ, ਮੈਂ ਨੌਜਵਾਨ ਵੀਰਾਂ ਨੂੰ ਅਪੀਲ ਕਰਦਾ, ਇੱਕ ਪਰਦੇਸੀ ਹੁੰਦਾ ਹੋਇਆ, ਇੱਕ NRI ਹੁੰਦਾ ਹੋਇਆ, ਅਸੀਂ ਉੱਥੇ ਜਾ ਤਾਂ ਨਹੀਂ ਸਕਦੇ, ਅਸੀਂ ਤੁਹਾਡੇ ਦਰਦ ਵਿੱਚ ਸ਼ਾਮਲ ਹਾਂ, ਪੰਜਾਬ ਦੇ ਦਰਦ ਨੂੰ ਅਸੀਂ ਆਪਦੇ ਸੀਨੇ ਤੇ ਹੰਢਾ ਰਹੇ ਹਾਂ। ਜੋ ਸਾਨੂੰ ਉਹ ਜਥੇਬੰਦੀਆਂ ਬੈਠੀਆਂ ਨੇ, ਉਹ ਜਰਨੈਲ ਬੈਠੇ ਨੇ, ਰਾਜੇਵਾਲ ਸਾਹਿਬ ਬੈਠੇ ਨੇ ਤੇ ਉਹਨਾਂ ਦੇ ਨਾਲ ਦੇ ਹੋਰ ਸਾਥੀ ਸਾਰੇ ਬੈਠੇ ਨੇ, ਉਹਨਾਂ ਨੇ ਸਟੇਜ ਜੋ ਕਰ ਰਹੇ ਨੇ, ਸਟੇਜ ਦਾ ਜੋ ਪ੍ਰੋਗਰਾਮ ਹੁੰਦਾ ਵਾ, ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅਗਰ ਕਿਸੇ ਨੂੰ, ਮੈਂ ਕਹਿੰਦਾ ਵੀ ਅਸੀਂ ਸਾਰਿਆਂ ਉਹਨਾਂ ਦੀ ਵੀਰਾਂ ਦੀ ਜੋ ਵਧੀਆ ਬੋਲਦੇ ਨੇ, ਜਿਨ੍ਹਾਂ ਨੇ ਯੂਥ ਨੂੰ ਇਕੱਠਾ ਕੀਤਾ ਹੋਇਆ, ਇਵਨ ਲੱਖਾ ਸਿਧਾਣਾ ਬਾਈ ਨੇ, ਉਹਨਾਂ ਨੇ ਜੋ ਯੋਗਦਾਨ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦਾ, ਤੇ ਉਹਨਾਂ ਨੇ ਯੂਥ ਨੂੰ ਇੱਕ ਐਸੀ ਸਪਿਰਿਟ ਭਰੀ ਆ, ਇੱਕ ਐਸਾ ਜੋਸ਼ ਭਰਿਆ ਵਾ, ਯੂਥ ਉੱਥੇ ਹੈਗਾ ਵਾ। ਪਰ ਜੋਸ਼ ਦੇ ਨਾਲ ਜਿਹੜੀ ਹੋਸ਼ ਦੀ ਗੱਲ ਆ ਉਹ ਸਾਨੂੰ ਸਾਂਭ ਕੇ ਰੱਖਣੀ ਪਊਗੀ। ਜਿਸ ਤਰ੍ਹਾਂ ਇੱਕ ਵਾਰ ਰਾਜੇਵਾਲ ਸਾਹਿਬ ਨੇ ਵੀ ਕਿਹਾ ਸੀਗਾ ਵੀ ਸਾਨੂੰ ਅੱਧੀ ਅੱਧੀ ਰਾਤ ਤੱਕ ਨੀਂਦ ਨਹੀਂ ਆਉਂਦੀ, ਤੇ ਬਈ ਜੇ ਜੋ ਅਸੀਂ ਕਰ ਰਹੇ ਹਾਂ ਇਹਨੂੰ ਡਿੱਗਣ ਨੂੰ 1 ਮਿੰਟ ਲੱਗਣਾ, ਇਹਨੂੰ ਬਣਾਉਂਦਿਆਂ ਉਮਰਾਂ ਲੰਘ ਜਾਣਗੀਆਂ। ਉਹ ਕਹਿੰਦੇ ਹੁੰਦੇ ਆ, ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਅਗਰ ਅੱਜ ਅਸੀਂ ਇਸ ਮੁਕਾਮ ਤੇ ਪਹੁੰਚ ਕੇ ਦੁਨੀਆ ਪੱਧਰ ਦੇ ਇੱਕ, ਅੱਜ ਜਿਮੀ ਕਾਰਟਰ ਵਰਗੇ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਜਿਹੜੇ ਆ ਉਹ ਵੀ ਲਿਖ ਰਹੇ ਨੇ, ਅੱਜ ਕੈਲੀਫੋਰਨੀਆ ਦੀ ਜਿਹੜੀ ਫਾਰਮ ਬਿਊਰੋ ਹੈਗੀ ਆ ਉਹ ਚਿੱਠੀ ਲਿਖ ਰਹੀ ਆ ਵੀ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਜਾਇਜ਼ ਆ, ਔਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇੱਥੇ ਸਾਡੇ ਯੂਥ ਦਾ ਤੇ ਸਾਡੇ ਦੋਸਤਾਂ ਨੂੰ ਮੈਂ ਇੱਕੋ ਹੀ ਸੁਨੇਹਾ ਦੇਣਾ ਮੰਗਦਾ, ਤੁਹਾਡਾ ਯੋਗਦਾਨ ਬਹੁਤ ਹੈ, ਪਰ ਕਿਸੇ ਵੀ ਸਟੇਜ ਨੂੰ ਜਾ ਕੇ ਮਜਬੂਰ ਨਾ ਕਰੋ ਵੀ ਸਾਨੂੰ ਬਹੁਤਾ ਟਾਈਮ ਦਿਓ। ਹਾਂ, ਜਿੰਨਾ ਯੋਗਦਾਨ ਜਿੱਥੇ ਵੀ ਬਣਦਾ ਉੱਥੇ ਪਾਓ। ਤੁਸੀਂ ਆਪਦੀ ਸਟੇਜ ਵੀ ਲਾ ਸਕਦੇ ਆ, ਉੱਥੇ ਆਪਦਾ ਸੁਨੇਹਾ ਦੇ ਸਕਦੇ ਆ। ਪਹਿਲਾਂ ਸਟੇਜਾਂ ਲੱਗੀਆਂ ਵੀ ਨੇ, ਕਈਆਂ ਸਟੇਜਾਂ ਤੋਂ ਗਲਤ ਮੈਸੇਜ ਵੀ ਆਏ ਨੇ, ਤੇ ਹਰ ਅੱਖ ਵੇਖਦੀ ਆ, ਹਰ ਬੰਦਾ ਵੇਖਦਾ, ਹਰ ਜਿਹੜਾ ਸੰਘਰਸ਼ਸ਼ੀਲ ਬੰਦਾ ਉਹ ਵੇਖਦਾ ਵੀ ਕੌਣ ਕਿੱਥੋਂ ਬੋਲ ਰਿਹਾ, ਕੌਣ ਕੀ ਕਹਿ ਰਿਹਾ। ਸੋ ਮੇਰੀ ਤਾਂ ਇਹਨਾਂ ਵੀਰਾਂ ਨੂੰ ਜ਼ਰੂਰ ਇਹ ਬੇਨਤੀ ਆ ਬਈ ਜਦੋਂ ਆਪਾਂ ਕਿਸੇ ਸਟੇਜ ਤੇ ਜਾ ਕੇ ਕਿਸੇ ਚੀਜ਼ ਦੀ ਮੰਗ ਕਰਾਂਗੇ, ਅਗਰ ਉਹ ਅਫੋਰਡ ਨਹੀਂ ਕਰ ਸਕਦੇ 2 ਜਾਂ 3 ਮਿੰਟ, ਕਿਉਂਕਿ ਇਹ ਜਿਹੜਾ ਇਕੱਠ ਆ ਗੁਰਦੀਪ ਜੀ, ਇਹ ਲੱਖਾਂ 'ਚ ਆ, ਇਹ ਸੈਂਕੜਿਆਂ 'ਚ ਨੀਗਾ, ਇਹ ਹਜ਼ਾਰਾਂ 'ਚ ਨੀਗਾ, ਲੱਖਾਂ 'ਚ ਆ। ਲੱਖਾਂ ਦੇ ਵਿੱਚ ਬਹੁਤ ਬੰਦੇ ਨੇ, ਤੇ ਬਾਕੀ ਉਹ ਸਟੇਜ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਵੀ ਉਹਨਾਂ ਨੇ ਸਟੇਜ ਦਾ ਮਾਹੌਲ ਨੂੰ ਬਣਾਈ ਰੱਖਣਾ ਹੁੰਦਾ ਵਾ। ਇਹਦੇ ਲਈ ਮੈਂ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਮੇਰੀ ਗੱਲ ਨੂੰ ਮਾਈਂਡ ਨਾ ਕਰਿਓ। ਅਗਰ ਤੁਸੀਂ ਉਹਨਾਂ ਨੂੰ ਸਹਿਯੋਗ ਦਿਓ, ਉਹਨਾਂ ਦੇ ਸਹਿਯੋਗ ਦੇ ਹਾਣੀ ਬਣੋ, ਨਾ ਕਿ ਉੱਥੇ ਆਪਾਂ ਇੱਕ ਕੋਈ ਵੀ ਸਟੇਜ ਤੋਂ ਇਹੋ ਜਿਹੀ ਗੱਲ ਕਰਕੇ ਯੂਥ ਦੇ ਵਿੱਚ ਕਿਸੇ ਰੋਸ ਨੂੰ ਪੈਦਾ ਕਰੀਏ, ਜਿਹੜਾ ਰੋਸ ਸਾਡੇ ਲਈ ਅੱਗੇ ਜਾਣ ਕੇ ਇੱਕ ਕੋਹੜ ਦਾ ਕਾਰਨ ਬਣੇ। ਮੇਰੀ ਇਹੋ ਬੇਨਤੀ ਹੈ ਜੀ। ਸਤਿ ਸ੍ਰੀ ਅਕਾਲ। ਬਿਲਕੁਲ ਵੀਰ ਜੀ, ਬਹੁਤ ਹੀ ਵਧੀਆ ਇਹ ਸੁਨੇਹਾ ਦਿੱਤਾ ਆ ਤੁਸੀਂ, ਤੇ ਇਹ ਇੱਕ ਜਰਨੈਲ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਉਹਦੇ ਪਿੱਛੇ ਜਿਹੜੀ ਸੈਨਾ ਆ, ਉਹਦੇ ਜਿਹੜੇ ਸਿਪਾਹੀ ਲੜਨ ਵਾਲੇ ਆ, ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਦੁੱਖ ਤਕਲੀਫ ਜਿਹੜਾ ਨਾ ਆਏ ਤੇ ਉਹਨਾਂ ਨੂੰ ਬਚਾ ਕੇ ਰੱਖਣਾ ਇੱਕ ਜਰਨੈਲ ਦੀ ਜ਼ਿੰਮੇਵਾਰੀ ਹੁੰਦੀ ਆ। ਤੇ ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਸਿੰਘ ਵੀਰ ਜੀ, ਤੇ ਮੈਂ ਉਹਨਾਂ ਦੇ ਕੋਲੋਂ ਵੀ ਕੋਈ 2 ਵਿਚਾਰ ਸੁਣਨਾ ਚਾਹਾਂਗਾ ਕਿ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ। ਹਾਂਜੀ, ਅੱਜ ਦੀ ਜਿਹੜੀ ਜੋ ਚਰਚਾ ਹੋਈ ਆ, ਜਿੱਦਾਂ ਰਣਜੀਤ ਗਿੱਲ ਜੀ ਹੋਣੀ ਔਰ ਸੰਜੇ ਬਾਲਾ ਜੀ ਹੋਣੀ ਬੜੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ। ਸੰਜੇ ਬਾਲਾ ਜੀ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਉੱਥੇ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ,
ਔਰ ਕਿਸ ਤਰ੍ਹਾਂ ਉਹਨਾਂ ਨੇ ਮਹਿਲਾਵਾਂ ਨੂੰ ਇਕੱਠੇ ਕਰਕੇ ਉਸ ਸੰਘਰਸ਼ ਬਾਰੇ ਦੱਸਿਆ। ਇਹ ਬਹੁਤ ਸਲਾਹਨੀय ਕਦਮ ਹੈ ਜੀ। ਧੰਨਵਾਦ ਤੁਹਾਡਾ ਸੰਜੇ ਬਾਲਾ ਜੀ, ਬਹੁਤ ਬਹੁਤ ਧੰਨਵਾਦ। ਤੇ ਜਿੱਦਾਂ ਰਣਜੀਤ ਗਿੱਲ ਜੀ ਹੁਣੀ MSP ਬਾਰੇ ਦੱਸਿਆ, ਫਿਰ ਉਹਦੇ ਪਿੱਛੇ ਕੀ ਕਾਜ਼ ਨੇ ਜਾਂ ਉਹਦੇ ਪਿੱਛੇ ਕੀ ਹੋ ਸਕਦਾ ਹੈ, ਕੀ ਹੈਪਨ ਹੋ ਸਕਦਾ ਹੈ MSP ਨਾ ਹੋਵੇ, ਜਾਂ ਇਹਦੇ ਵਿੱਚ ਹੋਰ ਕਿੱਥੇ ਜਾ ਕੇ ਕੀ ਨੁਕਸਾਨ ਹੋਣਗੇ। ਤੁਸੀਂ ਇੱਕ ਕੁਐਸਚਨ ਕੀਤਾ ਸੀ ਵੀ ਇਹਦੇ ਨਾਲ ਕਿਸਾਨਾਂ ਦੀ ਜਿਹੜੀ ਆਤਮ ਹੱਤਿਆ ਵਧਣਗੀਆਂ ਜਾਂ ਕੀ ਹੋਊਗਾ। ਦੇਖੋ ਵਰਦੀਪ ਜੀ, ਗੱਲ ਇਹਦਾ ਵੀ ਕੱਲਾ ਜੇ ਇਹ ਕਾਨੂੰਨ ਆ ਗਏ ਤਾਂ ਕੱਲਾ ਕਿਸਾਨ ਨਹੀਂ ਰਗੜਿਆ ਜਾਣਾ, ਸਭ ਰਗੜੇ ਜਾਣੇ ਆ। ਕਿਉਂਕਿ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਦੌੜ ਲੱਗੀ ਹੋਈ ਆ ਨਾ, ਵੀ ਜਿਹੜੇ ਬੜੇ ਸਰਮਾਏਦਾਰ ਆ ਸਭ ਕੁਝ ਕੈਪਚਰ ਕਰਨਾ ਚਾਹੁੰਦੇ ਆ, ਉਹ ਜਿਹੜੀ ਦੌੜ ਦੇ ਅੰਦਰ ਉਹ ਸਾਰੇ ਉਹਦੇ ਵਿੱਚ ਆੜਤੀਏ ਵੀ ਆ ਜਾਣੇ ਆ, ਉਹਦੇ ਵਿੱਚ ਉਹ ਵੀ ਆ ਜਾਣੇ ਜਿਹੜੇ ਸਮਾਲ ਬਿਜ਼ਨਸ ਵਾਲੇ ਆ, ਉਹ ਸਾਰੇ ਰਗੜੇ ਜਾਣੇ ਆ। ਆਤਮ ਹੱਤਿਆ ਕੱਲਾ ਕਿਸਾਨ ਨਹੀਂ ਕਰੂਗਾ, ਆਤਮ ਹੱਤਿਆ ਫਿਰ ਦੂਜੇ ਵਰਗ ਵੀ ਕਰਨੀ ਸ਼ੁਰੂ ਕਰ ਦੇਣਗੇ। ਕਿਉਂਕਿ ਤੁਸੀਂ ਆਤਮ ਹੱਤਿਆ ਕਿਉਂ ਕਰਦੇ ਆ? ਜਦੋਂ ਮਾਨਸਿਕ ਤੌਰ ਦੇ ਉੱਤੇ ਤੁਸੀਂ ਪਰੇਸ਼ਾਨ ਇੰਨਾ ਹੋ ਜਾਂਦੇ ਆ ਕਿ ਸਾਡੇ ਕੋਲ ਸਾਹਮਣੇ ਸਾਡੇ ਬੱਚੇ ਆ, ਮੇਰਾ ਪਰਿਵਾਰ ਆ, ਔਰ ਮੈਂ ਉਹਦੇ ਲਈ ਕੁਝ ਕਰ ਨਹੀਂ ਸਕਦਾ। ਜਦੋਂ ਬੰਦਾ ਇਹੋ ਜਿਹੇ ਹਾਲਾਤ ਦੇ ਵਿੱਚ ਆ ਜਾਂਦਾ ਜਿੱਥੇ ਉਹਦਾ ਮਾਨਸਿਕ ਸੰਤੁਲਨ ਖਤਮ ਹੋ ਜਾਂਦਾ, ਉਹਦੀ ਜਿਹੜੀ ਅੰਦਰ ਬੈਠੀ ਆਤਮਾ ਆ ਉਹਦਾ ਸਾਥ ਦੇਣਾ ਛੱਡ ਦਿੰਦੀ ਆ, ਫਿਰ ਬੰਦਾ ਆਤਮ ਹੱਤਿਆ ਕਰਦਾ। ਸੋ ਉਹ ਵਕਤ ਇਦਾਂ ਦਾ, ਜੇ ਇਹ ਕਾਲੇ ਕਾਨੂੰਨ ਆ ਗਏ ਤਾਂ ਇਹ ਵਕਤ ਫਿਰ ਕੱਲਾ ਕਿਸਾਨਾਂ ਤੇ ਨਹੀਂ ਰਹਿ ਜਾਣਾ, ਇਹ ਸਾਰਿਆਂ ਤੇ ਪੈ ਜਾਣਾ, ਆਲੇ ਦੁਆਲੇ ਜਿੰਨੇ ਵੀ ਆ। ਜੇ ਮੰਨ ਲਓ ਹੁਣ ਹਾਊਸ ਵਾਈਫਸ ਨੇ, ਜੇ ਅੱਜ 15 ਰੁਪਏ ਦਾ ਆਟਾ ਲੈ ਕੇ ਆਉਂਦੇ ਆ, ਫਿਰ ਉਹਨਾਂ ਨੂੰ ਜੇ 150 ਰੁਪਏ ਦਾ ਆਟਾ ਖਰੀਦਣਾ ਪਿਆ ਤਾਂ ਕਿੱਥੋਂ ਖਰੀਦਣਗੇ? ਬਿਲਕੁਲ। ਸੋ ਇਹ ਹਰ ਇੱਕ ਚੀਜ਼ ਤੇ ਇਸ ਚੀਜ਼ ਦਾ ਇਫੈਕਟ ਪੈਣਾ। ਸੋ ਇਹ ਜਿਹੜੇ ਕਾਲੇ ਕਾਨੂੰਨ ਆਉਣੇ ਨਹੀਂ ਚਾਹੀਦੇ ਜੀ। ਇਹ ਤਾਂ ਪਹਿਲਾਂ ਤਾਂ ਇਹੋ ਅਸੀਂ ਜਾਣਦੇ ਹਾਂ ਵੀ ਹੁਣ ਸਰਕਾਰ ਵੀ ਗੋਡੇ ਟੇਕ ਚੁੱਕੀ ਆ। ਸਿਰਫ ਐਵੇਂ ਹੀ ਆ, ਕਹਿੰਦੇ ਦੀਵਾ ਬੁਝਣ ਲੱਗਾ ਭਵਾਕੇ ਮਾਰਦਾ ਹੁੰਦਾ, ਉਹੀ ਭਵਾਕੇ ਵੱਜ ਰਹੇ ਇਸ ਵੇਲੇ। ਇਹ ਬਸ ਬੁਝਣ ਵਾਲਾ ਹੀ ਆ ਇਹਨਾਂ ਦਾ ਕੰਮ, ਤੇ ਇਹੋ ਕਾਨੂੰਨ ਵਾਪਸ ਲਏ ਜਾਣਗੇ। ਸੋ ਉਸ ਤੋਂ ਬਾਅਦ ਮੈਂ ਜਿੰਨੇ ਸਾਡੇ ਸਰੋਤੇ ਆਪਣੇ ਫੇਸਬੁੱਕ ਤੇ ਸਾਨੂੰ ਦੇਖ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹ ਟਾਈਮ ਕੱਢ ਕੇ ਸਾਨੂੰ ਵਾਚ ਕਰਦੇ ਆ ਔਰ ਸਾਨੂੰ ਸ਼ੇਅਰ ਵੀ ਕਰਦੇ ਆ, ਇਸ ਲਈ ਵੀ ਬਹੁਤ ਬਹੁਤ ਧੰਨਵਾਦ। ਸਾਡਾ ਜੋ ਇਹੋ ਇੱਕ ਜਰੀਆ ਸੀਗਾ ਆਪਣੀ ਆਵਾਜ਼ ਬਚਾਉਣ ਦਾ ਇਕੱਠੇ ਹੋ ਕੇ, ਉਹ ਸਫਲ ਹੋ ਰਿਹਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ। ਜੋ ਤੁਸੀਂ ਕੋਈ ਚੰਗੇ ਦਿਲ ਦੇ ਨਾਲ ਔਰ ਚੰਗੀ ਨੀਅਤ ਦੇ ਨਾਲ ਕੰਮ ਸ਼ੁਰੂ ਕਰਦੇ, ਪ੍ਰਮਾਤਮਾ ਵੀ ਉਹਦੇ ਸਾਥ ਦਿੰਦਾ। ਸਾਡੇ ਵਰਦੀਪ ਤੇਜਾ ਜੀ ਜਰਮਨੀ ਤੋਂ ਸਾਡੇ ਨਾਲ ਜੁੜੇ, ਇੱਦਾਂ ਹੋਰ ਵੀਰ ਜੁੜ ਰਹੇ ਆ। ਤੇ ਜਿਹੜੇ ਵੀਰ ਸਾਨੂੰ ਸੁਣ ਰਹੇ ਆ, ਜੇ ਉਹਨਾਂ ਦੇ ਵਿੱਚੋਂ ਵੀ ਕੋਈ ਬੁਲਾਰਾ ਸਾਡੇ ਇਸ ਪ੍ਰੋਗਰਾਮ ਤੇ ਆ ਕੇ ਬੋਲਣਾ ਚਾਹੁੰਦਾ, ਮੋਸਟ ਵੈਲਕਮ ਹੈ ਜੀ। ਇਹ ਪਲੇਟਫਾਰਮ ਤੁਹਾਡਾ ਆਪਣਾ ਆ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਹਾਂਜੀ ਤੇਜਾ ਜੀ, ਥੈਂਕ ਯੂ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਸੰਖੇਪ ਸ਼ਬਦਾਂ ਦੇ ਵਿੱਚ ਅਮਰਜੀਤ ਵੀਰ ਜੀ ਨੇ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਦੇ ਬਾਰੇ ਦੱਸਿਆ, ਤੇ ਇਹ ਦੱਸਿਆ ਆ ਕਿ ਸਿਰਫ ਇੱਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਵਾਧਾ ਨਹੀਂ ਹੋਵੇਗਾ, ਪੂਰੇ ਆਵਾਮ ਜਿਹੜਾ ਆ ਉਹ ਇਸ ਦੀ ਮਾਰ ਦੇ ਹੇਠ ਆ ਜਾਵੇਗਾ। ਤੇ ਸਮਾਂ ਤਾਂ ਇਜਾਜ਼ਤ ਨਹੀਂ ਦੇ ਰਿਹਾ, ਤੇ ਬਹੁਤ ਕੁਛ ਸੀਗਾ ਸਾਡੇ ਕੋਲ, ਮਨ ਦੇ ਵਿੱਚ ਖਦਸ਼ੇ ਸੀ, ਬਹੁਤ ਹੀ ਸਵਾਲ ਹੋਰ ਸੀ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਕਹਿੰਦੇ ਹੁੰਦੇ ਆ ਨਾ ਕਿ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਤੇ ਅਸੀਂ ਜਿੱਤਾਂਗੇ, ਫਤਿਹ ਹਾਸਲ ਹੋਵੇਗੀ। ਅਰਦਾਸ ਬੇਨਤੀਆਂ ਕਰਦੇ ਰਹੀਏ, ਤੇ ਆਪਣੇ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਬੈਠੇ ਹੋਏ ਬਜ਼ੁਰਗ ਭੈਣਾਂ, ਮਾਤਾਵਾਂ, ਬੱਚੇ ਬੈਠੇ ਹੋਏ ਆ ਵੀਰ, ਉਹਨਾਂ ਦਾ ਹੌਸਲਾ ਜਿਹੜਾ ਆ ਉਹ ਵਧਾਉਣਾ ਬਹੁਤ ਜ਼ਰੂਰੀ ਆ, ਤੇ ਅਸੀਂ ਉਹਨਾਂ ਦਾ ਹੌਸਲਾ ਵਧਾਉਂਦੇ ਰਹੀਏ। ਤੇ ਅਗਲੇ ਸੈਸ਼ਨ ਦੇ ਵਿੱਚ ਫਿਰ ਮਿਲਾਂਗੇ ਜੀ ਅਸੀਂ ਤੁਹਾਨੂੰ 29ਵੇਂ ਸੈਸ਼ਨ ਦੇ ਦੌਰਾਨ। ਤਦ ਤੱਕ ਲਈ ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਕਲਾਬ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ।